ਤੁਸੀਂ ਗੱਲ ਕਹੀ ਹੈ ਵੀ ਤੁਸੀਂ ਚੋਣ ਲੜ ਰਹੇ ਹੋ ਇਸ ਕਰਕੇ ਤੁਸੀਂ ਬੈਠੇ ਹੋ ਕਿ ਜੇ ਕੋਈ ਹੋਰ ਚੋਣ ਲੜਦਾ ਹੁੰਦਾ ਤਾਂ ਫਿਰ ਵਿਦਿਆਰਥੀਆਂ ਲਈ ਵੀ ਆਵਾਜ਼ ਬੁਲੰਦ ਕਰਦੇ ਪਏ। ਇਹ ਯੂਨੀਵਰਸਿਟੀ ਦੇ ਬੜੇ ਇਹੋ ਜਿਹੇ ਮਸਲੇ ਸੀਗੇ। ਇੱਕ ਗੱਲ ਰੋਡ ਖਲਾਈ ਅਸੀਂ, ਉਹ ਵਾਈਸ ਚਾਂਸਲਰ ਨੇ ਵਾਸਤੂ ਸ਼ਾਸਤਰ ਕਰਕੇ ਰੋਡ ਬੰਦ ਕਰ ਰੱਖੀ ਸੀ। ਸੈਨੇਟ ਨੂੰ ਖਤਮ ਕਿਉਂ ਕਰਨਾ ਚਾਹੁੰਦੇ? ਉਹਦੇ ਪਿੱਛੇ ਮਕਸਦ ਕੀ ਆ? ਉਹਨਾਂ ਨੂੰ ਕੀ ਫਾਇਦਾ ਹੋਣਾ? ਤੁਸੀਂ ਅੱਗੇ ਆ ਜਾਂਦੇ ਹੋ, ਤੁਹਾਡੇ ਅੱਗੇ ਆਉਣ ਦੇ ਨਾਲ ਉਹਨਾਂ ਨੂੰ ਕੀ ਨੁਕਸਾਨ ਆ? ਨਹੀਂ ਅੱਗੇ ਆਉਣ ਦੇ ਰਹੇ, ਉਹਦਾ ਫਾਇਦਾ ਕੀ ਹੈ? ਜੋਤਿਸ਼ ਵਿੱਦਿਆ ਦੇ ਕੋਰਸ ਇੱਥੇ ਸ਼ੁਰੂ ਹੋਣ ਦੀ ਗੱਲ ਚੱਲ ਰਹੀ ਹੈ ਵੀ ਉਹ ਵੀ ਸ਼ੁਰੂ ਹੋ ਰਹੇ ਨੇ। ਇੱਥੇ ਫਿਰ ਪ੍ਰੋਫੈਸਰ ਸਾਹਿਬਾਨਾਂ ਨੂੰ ਸਿੱਧੇ ਤੌਰ 'ਤੇ ਆਉਣਾ ਚਾਹੀਦਾ ਜੀ ਨਾਲ, ਕਿਉਂਕਿ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਉਹ ਕਹਿੰਦੇ ਜੀ ਵੀ ਅਸੀਂ ਸਾਡੀ ਨੌਕਰੀ ਨੂੰ ਖਤਰਾ। ਪਰ ਅਸੀਂ ਇਹ ਦੇਖਦੇ ਹਾਂ ਜੀ ਵੀ ਜਿਹੜੇ ਪ੍ਰੋਫੈਸਰਾਂ ਨੇ ਸਾਨੂੰ ਪੜ੍ਹਾਇਆ ਵੀ ਪੰਜਾਬੀਆਂ ਨੇ ਕਦੇ ਪੈਸੇ ਦੀ ਪਰਵਾਹ ਨਹੀਂ ਕੀਤੀ, ਨੰਗੇ ਧੜ ਲੜੇ ਨੇ, ਨਾ ਕਦੀ ਜਾਨਾਂ ਦੀ ਪਰਵਾਹ ਕੀਤੀ, ਤੇ ਜਿਹੜੇ ਪ੍ਰੋਫੈਸਰ ਨੇ ਪੜ੍ਹਾਇਆ ਉਹੀ ਪ੍ਰੋਫੈਸਰ ਅੱਜ ਸਾਨੂੰ ਕਹਿੰਦੇ ਜੀ ਸਾਡੀ ਤਾਂ ਨੌਕਰੀ ਨੂੰ ਖਤਰਾ ਜੀ। ਵਾਈਸ ਚਾਂਸਲਰ ਇਹ ਕਹਿੰਦੇ ਕਿ ਵੀਸੀ ਦਾ ਜਿਹੜਾ ਹੈ ਦਫ਼ਤਰ ਢਾਹ ਕੇ ਨਵਾਂ ਬਣਾਓ। ਮੋਦੀ ਸਾਹਿਬ ਵੀ ਪਾਰਲੀਮੈਂਟ ਨਵੀਂ ਬਣਾ ਰਹੇ ਆ, ਵੀਸੀ ਸਾਹਿਬ ਦਾ ਦਫ਼ਤਰ ਨਵਾਂ ਬਣਾਓ ਕਿਉਂ ਤਾਂ ਵਾਸਤੂ ਸ਼ਾਸਤਰ ਇਹ ਗੱਲ ਕਹਿੰਦਾ, ਫਿਰ ਉਹ ਤੁਸੀਂ ਢਾਹ ਦੋਗੇ। ਉਹਨਾਂ ਨੇ ਇਹ ਕਹਿ ਦਿੱਤਾ ਵੀ ਬਿੱਲਾ ਹੋਰੀ ਤਾਂ ਅਸੀਂ ਤਾਂ ਮੌਤ ਤੋਂ ਮੌਤ ਜਾ ਕੇ ਆਪਾਂ ਪ੍ਰਚਾਰ ਕਰ ਰਹੇ ਹਾਂ ਅਤੇ ਤੁਹਾਡਾ ਤਾਂ ਮੀਡੀਆ ਨਾਲ ਪ੍ਰਚਾਰ ਹੋਈ ਜਾ ਰਿਹਾ। ਅਤੇ ਸੈਨੇਟ ਦੇ ਮੇਰੇ ਖਿਆਲ ਮੈਂਬਰ ਅਤੇ ਮੁੱਖ ਮੰਤਰੀ ਵੀ ਹੁੰਦੇ ਜੀ, ਨੋਮੀਨੇਟਡ ਮੈਂਬਰ। ਅਤੇ ਉਹ ਕਦੇ ਫਿਰ ਉਹਨਾਂ ਨੇ ਕੀ ਕਿਹਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ? ਕੁਛ ਨਹੀਂ ਕਿਹਾ ਜੀ, ਉਹਨਾਂ ਨੂੰ ਪੁੱਛੋ ਤੁਸੀਂ ਜਾ ਕੇ, ਉਹਨਾਂ ਨੇ ਹਾਲੇ ਤੱਕ ਤਾਂ ਕੁਛ ਨਹੀਂ ਕਿਹਾ ਇਹਦੇ ਬਾਰੇ। ਵੈਸੇ ਜਿਹੜੇ ਕੁਛ ਸੀਨੀਅਰ ਤੁਹਾਡੇ ਕੋਲ ਆਏ ਵੈਸੇ ਉਹ? ਨਹੀਂ ਜੀ, ਨਹੀਂ। ਕਿ ਮੁੰਡੇ ਨੇ ਘੋੜੀ ਵੀ ਬੁੱਕ ਕਰਾ ਲਈ ਹੈ ਅਤੇ ਲਾੜਾ ਬਣਨ ਨੂੰ ਵੀ ਤਿਆਰ ਆ, ਸਾਰਾ ਕੁਝ ਤਿਆਰ ਕੀਤੇ ਹੋਈ ਹੈ। ਅਤੇ ਅਗਲੇ ਦਿਨ ਸੁਨੇਹਾ ਆ ਕੇ ਵੀ ਕੁੜੀ ਵਾਲੇ ਕਹਿੰਦੇ ਨਾ ਜੀ ਹੁਣ ਨਹੀਂ, ਅਜੇ ਨਹੀਂ ਗਏ। ਹੁਣ ਇਹ ਗੇਟ ਹੈ ਯੂਨੀਵਰਸਿਟੀ ਦਾ, ਮੇਨ ਗੇਟ ਆ। ਤੁਸੀਂ ਮਾੜਾ ਜਿਹਾ ਕੈਮਰਾ ਆਪਣੇ ਕੈਮਰਾਮੈਨ ਨੂੰ ਕਹੋ ਕਿ ਉਹ ਦਿਖਾ ਦੇਣ, ਤੇ ਤੁਹਾਨੂੰ ਇਹ ਗੇਟ ਦੇਖ ਕੇ LOC ਦਾ ਭੁਲੇਖਾ ਪਊਗਾ ਜਿਵੇਂ ਕਾਰਗਿਲ ਤੇ ਖੜੇ ਹੁੰਦੇ ਆਪਾਂ। ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸ਼ੌਂਕੀ, ਇਕੱਲੇ ਸ਼ੌਂਕੀ ਨਹੀਂ ਚਲਾਉਣ ਵੀ ਜਾਣਦੇ ਆ, ਅਤੇ ਅੱਜ ਇਹਨਾਂ ਨੇ ਚਲਾ ਕੇ ਵੀ ਦਿਖਾਤੀ ਹੈਗੀ ਆ। ਇਹਨਾਂ ਦੇ ਬੋਲਾਂ ਨੂੰ ਕਹਿ ਰਹੇ ਆ ਤੁਸੀਂ ਵੀ ਚਲਾ ਕੇ ਦਿਖਾਤੀ ਰਫਲ ਜਿਹੜੀ ਇਹਨਾਂ ਨੇ, ਜਾਂ ਇਹ ਜੋ ਇਹਨਾਂ ਦਾ ਧਰਨੇ ਦੀ ਕਿਉਂਕਿ ਕੱਲ੍ਹ ਨੂੰ ਸਰਕਾਰਾਂ ਨੇ ਇਹਨਾਂ ਨੂੰ ਚੱਕ ਲੈਣਾ ਵੀ ਉਹ ਦੇਖੋ ਜੀ ਲਾਭ ਸਿੰਘ ਨੇ ਕਹਿਦਾ ਰਫਲ ਚਲਾਈ ਸੀ, ਰਫਲ ਦੇ ਚੱਕਰ 'ਚ ਚੱਕ। ਉਂਝ ਜੇ ਸਰਕਾਰ ਨੇ BJP ਸਰਕਾਰ ਨੇ ਕਹਿਣਾ ਵੀ ਦੇਸ਼ ਧਰੋਹੀ ਦਾ ਲਾਉਣਾ ਹੈ, ਉਹ ਤਾਂ ਵੈਸੇ ਵੀ ਲਾਉਂਦੇ ਸਾਡੇ ਫਲਾਣੇ ਕੁੱਤੇ ਨੂੰ ਜਿਹੜਾ ਹੈਗਾ ਇਹਨਾਂ ਨੇ ਡੰਡਾ ਮਾਰਿਆ, ਇਸ ਕਰਕੇ ਦੇਸ਼ ਧਰੋਹੀ ਹੈਗਾ, ਇਹ ਸਾਡਾ ਅਰਸ ਦਾ ਕੁੱਤਾ ਹੈਗਾ, ਇਸ ਕਰਕੇ ਇਹ ਬੜਾ ਨੈਸ਼ਨਲ ਕੁੱਤਾ ਸਾਡਾ ਹੈ। ਜਿਹੜਾ ਤੁਸੀਂ ਇਹ ਗੱਲ ਕਰਦੇ ਹੋ ਕਿ ਟੀਚਰ ਨਹੀਂ ਆਉਂਦੇ, ਹੋਰ ਨਹੀਂ ਆਉਂਦੇਗੇ, ਮਤ ਸਮਝੋ ਕਿ ਪੰਜਾਬ 'ਚ ਰੌਲਾ ਨਹੀਂ ਪਵੇਗਾ। ਇਹਨਾਂ ਨੂੰ ਪਤਾ ਕਿ ਵੋਟਾਂ ਜਿੱਤਣਾ ਤਾਂ ਦੂਰ ਦੀ ਗੱਲ ਆ, ਸਾਡੇ ਬੰਦਿਆਂ ਨੂੰ ਕਿਸੇ ਨੇ ਪੋਲਿੰਗ ਬੂਥਾਂ 'ਤੇ ਵੀ ਨਹੀਂ ਬਹਿਣ ਦੇਣਾ। ਇਹ ਚੀਜ਼ ਇਹਨਾਂ ਨੂੰ ਕਲੀਅਰ ਆ। ਸਤਿ ਸ਼੍ਰੀ ਅਕਾਲ ਜੀ। ਇਸ ਵੇਲੇ ਅਸੀਂ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ 'ਚ ਆਏ ਹੋਏ ਹਾਂ। ਬਾਰਿਸ਼ ਹੋ ਰਹੀ ਹੈ, ਪਰ ਮੀਂਹ ਦੇ ਬਾਵਜੂਦ ਵੀ ਇੱਥੇ ਜਿਹੜੇ ਇੱਕ ਕਾਫੀ ਦੇਰ ਤੋਂ ਪ੍ਰੋਟੈਸਟ ਚੱਲ ਰਿਹਾ ਸੈਨੇਟ ਚੋਣਾਂ ਨੂੰ ਲੈ ਕੇ ਕਿ ਇੱਕ ਯੂਨੀਵਰਸਿਟੀ ਖੋਲ੍ਹੀ ਜਾਵੇ। ਬੇਸ਼ੱਕ ਜਦੋਂ ਕਰੋਨਾ ਆਉਂਦਾ ਹੈ ਅਤੇ ਉਸ ਤੋਂ ਬਾਅਦ ਦੱਸਿਆ ਜਾਂਦਾ ਵੀ ਤੀਜੀ ਲਹਿਰ ਆਉਣੀ ਹੈ ਅਤੇ ਤੀਜੀ ਲਹਿਰ ਬੱਚਿਆਂ ਲਈ ਘਾਤਕ ਹੋ ਸਕਦੀ ਹੈ, ਪਰ ਜਿਹੜੇ ਬੱਚਿਆਂ ਲਈ ਘਾਤਕ ਦੱਸੀ ਜਾ ਰਹੀ ਸੀ ਉਹ ਬੱਚਿਆਂ ਦੇ ਸਕੂਲ ਤਾਂ ਖੁੱਲ੍ਹ ਗਏ, ਪਰ ਵੱਡਿਆਂ ਦੀ ਜਿਹੜੇ ਨੌਜਵਾਨ ਨੇ ਉਹਨਾਂ ਦੀ ਯੂਨੀਵਰਸਿਟੀਆਂ ਅਜੇ ਤੱਕ ਬੰਦ ਨੇ। ਉਸੇ ਨੂੰ ਲੈ ਕੇ ਅਤੇ ਸੈਨੇਟ ਚੋਣਾਂ ਨੂੰ ਲੈ ਕੇ ਲਗਾਤਾਰ ਪ੍ਰੋਟੈਸਟ ਜਾਰੀ ਹੈ। ਬਾਈ ਜੀ ਹੋਰਾਂ ਦੇ ਨਾਲ ਗੱਲਬਾਤ ਕਰਦੇ ਹਾਂ, ਅਤੇ ਪ੍ਰੋਫੈਸਰ ਸਾਹਿਬ ਵੀ ਇਸ ਧਰਨੇ ਦੇ ਵਿੱਚ ਪਹੁੰਚੇ ਨੇ। ਕੀ ਮੁੱਦਾ ਹੈ, ਕਿਉਂ ਇਹਨਾਂ ਨੂੰ ਲੰਮੇ ਸਮੇਂ ਤੋਂ ਇਸ ਤਰ੍ਹਾਂ ਬੈਠਣਾ ਪੈ ਰਿਹਾ, ਉਹ ਸਾਰੀ ਗੱਲਬਾਤ ਕਰਦੇ ਹਾਂ। ਬਿੱਲਾ ਬਾਈ ਜੀ ਹੋਰੀ ਹੈਗੇ ਆ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਠੀਕ ਹੋ ਜੀ? ਹਾਂਜੀ ਹਾਂਜੀ ਵੀਰੇ, ਠੀਕ ਠਾਕ। ਕੀ ਗੱਲ ਹੈ, ਬਹੁਤ ਦੇਰ ਤੋਂ ਤੁਸੀਂ ਬੈਠੇ ਹੋ, ਮੀਂਹ ਹਨੇਰੀ ਦੇ ਵਿੱਚ ਵੀ ਬੈਠਣਾ ਪੈ ਰਿਹਾ। ਸਰਕਾਰਾਂ ਤਾਂ ਕਹਿ ਰਹੀਆਂ ਵੀ ਨੌਜਵਾਨਾਂ ਦਾ ਖਾਸ ਤੌਰ 'ਤੇ ਵਿਦਿਆਰਥੀਆਂ ਦਾ ਧਿਆਨ ਤਾਂ ਬਹੁਤ ਰੱਖਿਆ ਜਾਂਦਾ ਵੀ ਚਲੋ ਜਿਹੜੇ ਹੋਰ ਲੋਕ ਨੇ ਉਹਨਾਂ ਵੱਲ ਨਹੀਂ ਧਿਆਨ ਦਿੱਤਾ ਜਾਂਦਾ, ਪਰ ਪਹਿਲ ਦੇ ਆਧਾਰ 'ਤੇ ਤਾਂ ਵਿਦਿਆਰਥੀਆਂ ਨੂੰ ਜਾਂ ਹੋਰ ਨੌਜਵਾਨਾਂ ਨੂੰ ਵੇਖਿਆ ਜਾਂਦਾ ਹੈ। ਜੀ ਵੀਰੇ, ਮਸਲਾ ਜਿਹੜਾ ਹੈਗਾ ਉਹ ਇਹ ਆ ਵੀ ਪੰਜਾਬ ਯੂਨੀਵਰਸਿਟੀ ਸੈਨੇਟ ਦੀ ਚੋਣ ਹੁੰਦੀ ਆ, ਅਤੇ ਉਹਦੀ ਗ੍ਰੈਜੂਏਟ ਖੇਤਰ ਦੇ ਵਿੱਚੋਂ ਮੈਂ ਉਹ ਚੋਣ ਲੜ ਰਿਹਾ। ਅਤੇ ਇਹ ਇਲੈਕਸ਼ਨ ਅਸਲ ਦੇ ਵਿੱਚ ਪਿਛਲੇ ਸਾਲ ਸਤੰਬਰ ਦੇ ਵਿੱਚ 2020 ਦੇ ਵਿੱਚ ਹੋ ਜਾਣੀ ਚਾਹੀਦੀ ਸੀ, ਪਰ ਉਸ ਤੋਂ ਬਾਅਦ ਇਹਨਾਂ ਨੇ ਸ਼ੁਰੂ ਦੇ ਵਿੱਚ ਕੋਵਿਡ ਦਾ ਬਹਾਨਾ ਲਾਇਆ ਅਤੇ ਇਲੈਕਸ਼ਨ ਨੂੰ ਅੱਗੇ ਮੁਲਤਵੀ ਕਰਦੇ ਕਰਦੇ ਫਿਰ ਇਹਨਾਂ ਨੇ 16 ਮਈ ਜਿਹੜੀ ਸੀਗੀ 2021 ਦੀ ਤਰੀਕ ਦਿੱਤੀ। ਉਸ ਤੋਂ ਬਾਅਦ 18 ਅਗਸਤ ਦੀ ਤਰੀਕ ਦਿੱਤੀ ਗਈ, ਅਤੇ ਹੁਣ 18 ਅਗਸਤ ਦੀ ਜਦੋਂ ਤਰੀਕ ਦਿੱਤੀ, ਜਦੋਂ ਚੋਣ ਪ੍ਰਚਾਰ ਜਮਾਂ ਸਿਖਰਾਂ 'ਤੇ ਸੀਗਾ, 13 ਅਗਸਤ ਨੂੰ ਇਹਨਾਂ ਨੇ ਫਰਮਾਨ ਜਾਰੀ ਕੀਤਾ ਕਿ ਜਿਹੜੀ ਚੋਣ ਆ ਇਹ ਨਹੀਂ ਹੋਣੀ, ਇਹਨੂੰ ਅਣਮਿੱਥੇ ਸਮੇਂ ਲਈ ਅੱਗੇ ਮੁਲਤਵੀ ਕਰ ਦਿੱਤਾ ਗਿਆ ਜਾਂ ਪੋਸਟਪੋਨ ਕਰ ਦਿੱਤਾ ਗਿਆ। ਤਾਂ ਜਦੋਂ ਹੀ
ਮੈਨੂੰ ਇਹ ਚੀਜ਼ ਪਤਾ ਲੱਗੀ ਜਾਂ ਖਬਰ ਮਿਲੀ, ਕਿਉਂਕਿ ਕੋਈ ਵੀ ਇਲੈਕਸ਼ਨ ਹੁੰਦੀ ਆ ਜਾਂ ਕੋਈ ਵੀ ਚੋਣ ਹੁੰਦੀ ਆ, ਵੈਸੇ ਇਸ ਚੋਣ ਦਾ ਜਿਹੜਾ ਖੇਤਰ ਆ ਉਹ ਬਹੁਤ ਜ਼ਿਆਦਾ ਵੱਡਾ ਹੁੰਦਾ ਤੇ ਉਹਦੇ ਲਈ ਮਤਲਬ ਜਿੰਨੇ ਵੀ ਉਮੀਦਵਾਰ ਨੇ ਸਾਰਿਆਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੁੰਦੀ ਆ। ਮੈਂ ਵੀ ਬੜੀ ਮਿਹਨਤ ਕੀਤੀ ਸੀ। ਤਾਂ ਮੈਨੂੰ ਇਹ ਲੱਗਿਆ ਕਿ ਇਹ ਸ਼ਰੇਆਮ ਸਾਡੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ। ਆਪਾਂ ਜਦੋਂ ਦੇਸ਼ ਦੇ ਵਿੱਚ ਜਮਹੂਰੀਅਤ ਦੀ ਗੱਲ ਕਰਦੇ ਹਾਂ, ਲੋਕਤੰਤਰ ਦੀ ਗੱਲ ਕਰਦੇ ਹਾਂ, ਤਾਂ ਇਹ ਸ਼ਰੇਆਮ ਲੋਕਤੰਤਰ ਦੀ ਹੱਤਿਆ ਵਾਲੀ ਗੱਲ ਆ। ਤਾਂ ਫਿਰ ਮੈਂ ਉਦੋਂ ਹੀ ਮਤਲਬ ਆਪਣੇ ਮਨ ਦੇ ਵਿੱਚ ਇਹ ਗੱਲ ਸੋਚੀ ਤੇ ਉਦੋਂ ਹੀ ਆਪਣੇ ਸੋਸ਼ਲ ਮੀਡੀਆ ਤੇ ਅਨਾਉਂਸ ਕੀਤਾ ਕਿ ਮੈਂ ਜਿੰਨਾ ਚਿਰ ਇਹਦੀ ਮੰਨ ਲਓ ਜਿਹੜੀ ਇਲੈਕਸ਼ਨ ਦੀ ਅਗਲੀ ਡੇਟ ਆ ਉਹ ਸਾਨੂੰ ਨਹੀਂ ਦਿੰਦੇ, ਉਹਨਾਂ ਚਿਰ ਮੈਂ ਇੱਥੇ VC ਦਫ਼ਤਰ ਦੇ ਅੱਗੇ ਅਣਮਿੱਥੇ ਸਮੇਂ ਲਈ ਦਿਨ ਰਾਤ ਦੇ ਧਰਨੇ ਤੇ ਬੈਠੂੰਗਾ। ਤੇ ਅੱਜ ਸਾਨੂੰ 8 ਦਿਨ ਹੋ ਗਏ ਆ ਬੈਠੇ ਨੂੰ ਤੇ ਅੱਗੇ ਜਿਵੇਂ ਵੀ ਤੁਸੀਂ ਦੇਖ ਰਹੇ ਹੋ ਮੌਸਮ ਵੀ ਬੜਾ ਖਰਾਬ ਹੈ, ਪਰ ਸਾਡਾ ਪ੍ਰੋਟੈਸਟ ਆ ਜਿਹੜਾ ਸਾਡਾ ਧਰਨਾ ਉਹ ਲਗਾਤਾਰ ਜਾਰੀ ਹੈ। ਤੁਸੀਂ ਗੱਲ ਕਹੀ ਹੈ ਵੀ ਤੁਸੀਂ ਚੋਣ ਲੜ ਰਹੇ ਹੋ ਇਸ ਕਰਕੇ ਤੁਸੀਂ ਬੈਠੇ ਹੋ, ਕਿ ਜੇ ਕੋਈ ਹੋਰ ਚੋਣ ਲੜਦਾ ਹੁੰਦਾ ਤਾਂ ਫਿਰ ਵਿਦਿਆਰਥੀਆਂ ਲਈ ਵੀ ਆਵਾਜ਼ ਬੁਲੰਦ ਕਰਦੇ ਬਾਈ ਜੀ? ਬਿਲਕੁਲ ਕਰਦੇ ਵੀਰੇ, ਮਸਲਾ ਹੀ ਉਹ ਆ ਨਾ, ਵਿਦਿਆਰਥੀਆਂ ਲਈ ਆਵਾਜ਼ ਬੁਲੰਦ ਕਰਨ ਲਈ ਹੀ ਤਾਂ ਚੋਣ ਲੜ ਰਹੇ ਆ ਨਾ। ਚੋਣ ਸਾਨੂੰ ਲੜਨ ਨਹੀਂ ਦਿੱਤਾ ਜਾ ਰਿਹਾ। ਹੁਣ ਇਹ ਆ ਵੀ ਸੈਨੇਟ ਦੇ ਵਿੱਚ ਮਤਲਬ ਇਹ ਜਿਹੜੀ ਸੈਨੇਟ ਹੈ 'ਚ 2 ਤਰੀਕਿਆਂ ਨਾਲ ਮੈਂਬਰ ਚੁਣ ਕੇ ਆਉਂਦੇ ਨੇ, ਇੱਕ ਤਾਂ ਇਲੈਕਟਡ ਹੁੰਦੇ ਨੇ, ਇੱਕ ਨੋਮੀਨੇਟਡ ਹੁੰਦੇ ਨੇ। ਤਾਂ ਅਸੀਂ ਜਿਹੜੀ ਇਲੈਕਟਡ ਵਾਲੀ ਕੈਟਾਗਰੀ ਆ ਉਹਦੇ ਵਿੱਚੋਂ ਮਤਲਬ ਸਾਡਾ ਹੱਕ ਸੀਗਾ ਕਿ ਅਸੀਂ ਜਾਈਏ ਜਾਂ ਅਸੀਂ ਨੋਮੀਨੇਸ਼ਨ ਭਰੀ ਆ। ਜਿਹੜੀ ਨੋਮੀਨੇਟਡ ਵਾਲੀ ਕੈਟਾਗਰੀ ਆ ਉਹਦੇ ਵਿੱਚੋਂ ਤਾਂ ਅਸੀਂ ਆ ਨਹੀਂ ਸਕਦੇ, ਕਿਉਂਕਿ ਸਾਡੇ ਇਹਨਾਂ ਨਾਲ ਜਿਹੜੀ ਅੱਜ ਕੱਲ੍ਹ ਦੇਸ਼ ਨੂੰ ਚਲਾ ਰਹੀ ਆ ਹਕੂਮਤ, ਜਿਹੜੀ ਸੱਤਾ, ਉਹਨਾਂ ਨਾਲ ਸਾਡੇ ਚੱਕਰ ਨਹੀਂ ਮਿਲਦੇ ਜਾਂ ਸਾਡੇ ਉਹਨਾਂ ਨਾਲ ਕੋਈ ਨਹੀਂ ਹੈਗਾ, ਹੈ ਨਾ। ਸਾਨੂੰ ਨੋਮੀਨੇਟ ਤਾਂ ਉਹ ਨਹੀਂ ਕਰਨਗੇ। ਵਿਦਿਆਰਥੀਆਂ ਦੇ ਹੱਕਾਂ ਲਈ ਹੀ, ਆਵਾਜ਼ ਬੁਲੰਦ ਕਰਨ ਲਈ ਹੀ ਤਾਂ ਉੱਥੇ ਪਹੁੰਚਣਾ ਜ਼ਰੂਰੀ ਹੈ ਨਾ। ਤਾਂ ਉੱਥੇ ਪਹੁੰਚਣ ਲਈ ਜਿਹੜੀ ਫਿਰ ਇਹ ਰਸਤਾ ਸੀਗਾ ਵੀ ਸੈਨੇਟ ਦੇ ਮੈਂਬਰ ਬਣਿਆ ਜਾਵੇ। ਮੈਂਬਰ ਬਣਨ ਲਈ ਚੋਣ ਲੜਨੀ ਜ਼ਰੂਰੀ ਸੀ। ਹੁਣ ਚੋਣ ਲੜਨ ਦੀ ਸਾਰੀ ਪ੍ਰਕਿਰਿਆ ਜਿਹੜੇ ਨੋਮੀਨੇਸ਼ਨ ਹੁੰਦੇ ਆ ਉਹ ਸਾਰਾ ਕਰਿਆ, ਜੋ ਪ੍ਰਚਾਰ ਹੁੰਦਾ ਉਹ ਸਾਰਾ ਕਰਿਆ, ਪਰ ਜਦੋਂ ਤਰੀਕ ਹੀ ਨਹੀਂ ਦਿੱਤੀ ਜਾ ਰਹੀ, ਜਦੋਂ ਜਿਹੜੀ ਚੋਣ ਆ ਉਹ ਹੋ ਹੀ ਨਹੀਂ ਰਹੀ, ਤਾਂ ਫਿਰ ਵੋਟਰਾਂ ਦੇ ਹੱਥਾਂ 'ਚ ਫੈਸਲਾ ਕਿਵੇਂ ਆਊਗਾ? ਇਹ ਤਾਂ ਹੁਣ ਸਿੱਧਾ ਆਪਣੇ ਬੰਦਿਆਂ ਨੂੰ ਕੁਰਸੀਆਂ ਤੇ ਬਿਠਾਉਣਾ ਚਾਹੁੰਦੇ ਆ, ਜਿਹੜੀਆਂ ਇਹਨਾਂ ਦੀਆਂ ਕਠਪੁਤਲੀਆਂ ਨੇ। ਤਾਂ ਇੱਕ ਮਤਲਬ ਸਿੱਧੇ ਤਰੀਕੇ ਨਾਲ ਜਮਹੂਰੀਅਤ ਦਾ ਘਾਣ ਆ ਜਿਹੜਾ ਉਹ ਯੂਨੀਵਰਸਿਟੀ 'ਚ ਹੋ ਰਿਹਾ। ਤੇ ਬਾਕੀ ਦੇ ਫਿਰ ਪ੍ਰੋਫੈਸਰ ਜਾਂ ਫਿਰ ਵਿਦਿਆਰਥੀ ਕਿਉਂ ਨਹੀਂ ਅੱਗੇ ਆਏ? ਕਿ ਸੈਨੇਟ ਦੇ ਚਲੋ ਤੁਸੀਂ ਲੜ ਰਹੇ ਹੋ, ਪਰ ਜਿਨ੍ਹਾਂ ਵਿਦਿਆਰਥੀਆਂ ਨੇ ਅੱਗੇ ਜਾ ਕੇ ਸੈਨੇਟ 'ਚ ਜਾਣਾ ਹੈ ਜਾਂ ਜਦੋਂ ਉਹ ਐਲੀਜੀਬਲ ਹੋ ਜਾਣਗੇ, ਅਜੇ ਜਿਹੜੇ ਗ੍ਰੈਜੂਏਸ਼ਨ ਵੀ ਕਰ ਰਿਹਾ, ਫਿਰ ਪੋਸਟ ਗ੍ਰੈਜੂਏਸ਼ਨ ਬਾਅਦ, ਜਿਵੇਂ ਪੋਸਟ ਗ੍ਰੈਜੂਏਸ਼ਨ ਤੋਂ 2 ਸਾਲ ਬਾਅਦ ਜਿਵੇਂ ਮੈਂਬਰ ਬਣਿਆ ਜਾ ਸਕਦਾ, ਜਾਂ ਫਿਰ ਉਹ ਵੀ ਤਾਂ ਨਾਲ ਬੈਠਣੇ ਚਾਹੀਦੇ ਆ। ਨਹੀਂ ਬੈਠੇ ਨੇ ਵੀਰੇ ਕਾਫੀ, ਮਤਲਬ ਇੱਕ ਜਿਹੜੀ ਇੱਥੋਂ ਦੀ ਚੰਡੀਗੜ੍ਹ ਦੀ ਜਿਹੜੀ ਇੱਥੋਂ ਦੀਆਂ ਯੂਨੀਵਰਸਿਟੀ ਦੀਆਂ ਵਿਦਿਆਰਥੀ ਜਥੇਬੰਦੀਆਂ ਨੇ ਜਿੰਨੀਆਂ, ਉਹਨਾਂ 'ਚੋਂ ਸਿਰਫ ਤੇ ਸਿਰਫ ਇੱਕ ਜਥੇਬੰਦੀ ਨੂੰ ਛੱਡ ਕੇ ABVP ਜਿਹੜੀ ਇਹਨਾਂ ਦੀ ਜਿਹੜੀ BJP ਦੀ ਸਟੂਡੈਂਟ ਵਿੰਗ ਆ, ਉਹਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਜਥੇਬੰਦੀਆਂ ਵੱਲੋਂ ਸਮਰਥਨ ਹੈ। ਹਾਂ ਇਹ ਜ਼ਰੂਰ ਆ ਵੀ ਜਿਵੇਂ ਤੁਸੀਂ ਕਿਹਾ ਵੀ ਵੱਡੀ ਗਿਣਤੀ 'ਚ ਨਹੀਂ ਆਉਂਦੇ ਜਾਂ ਬੈਠੇ ਨਹੀਂ ਹੈਗੇ, ਤਾਂ ਦਿਨ ਰਾਤ ਲਈ ਸਾਰੀਆਂ ਜਥੇਬੰਦੀਆਂ ਨਹੀਂ ਆ ਰਹੀਆਂ। ਅਨਾਊਂਸ ਜ਼ਰੂਰ ਕੀਤਾ ਗਿਆ ਉਹਨਾਂ ਵੱਲੋਂ, ਪਰ ਉਹਨਾਂ ਜਿਹੜਾ ਭਰਮਾ ਸਾਥ ਆ ਉਹ ਨਹੀਂ ਮਿਲ ਰਿਹਾ ਉਹਨਾਂ ਜਥੇਬੰਦੀਆਂ ਵੱਲੋਂ। ਇਹ ਉਹਨਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਅਪੀਲ ਆ, ਅਸੀਂ ਵੈਸੇ ਵੀ ਮਿਲ ਕੇ ਵੀ ਮੀਟਿੰਗ ਵਗੈਰਾ ਕਰਦੇ ਰਹਿੰਦੇ ਆ, ਤਾਂ ਇਹ ਜ਼ਰੂਰ ਆ ਵੀ ਉਹਨਾਂ ਭਰਮਾ ਹੁੰਗਾਰਾ ਨਹੀਂ ਮਿਲ ਰਿਹਾ, ਪਰ ਸਾਥ ਜ਼ਰੂਰ ਹੈਗਾ, ਉਹਨਾਂ ਸਾਰੀਆਂ ਵੱਲੋਂ ਸਮਰਥਨ ਜ਼ਰੂਰ ਹੈਗਾ, ਸਿਰਫ ABVP ਨੂੰ ਛੱਡ ਕੇ। ਬਾਕੀ ਤੁਸੀਂ ਪ੍ਰੋਫੈਸਰ ਵਰਗ ਦੀ ਗੱਲ ਕੀਤੀ, ਕਾਫੀ ਜਿਹੜੇ ਯੂਨੀਵਰਸਿਟੀ ਦੇ ਬੁੱਧੀਜੀਵੀ ਵਰਗ ਆ, ਜਿਵੇਂ ਹੁਣ ਸਰ ਬੈਠੇ ਨੇ ਲਵ ਸਿੰਘ ਖੀਵਾ ਜੀ, ਤੇ ਇਹ ਵੀ ਰਿਸਪੈਕਟਡ ਨੇ ਸਾਡੇ ਬਹੁਤ, ਇਹ ਵੀ ਬੈਠੇ ਨੇ। ਤਾਂ ਹੋਰ ਜਿਹੜੇ ਮਤਲਬ ਜਿੰਨੇ ਯੂਨੀਵਰਸਿਟੀ ਹਿਤੈਸ਼ੀ ਲੋਕ ਨੇ, ਭਾਵੇਂ ਉਹ ਪੋਲੀਟੀਸ਼ੀਅਨ ਹੋਣ, ਭਾਵੇਂ ਉਹ ਕਿਸੇ ਹੋਰ ਫੀਲਡ ਦੇ ਵਿੱਚ ਹੋਣ, ਸਿਨੇਮਾ ਦੇ ਖੇਤਰ ਵਿੱਚ ਹੋਣ, ਭਾਵੇਂ ਉਹ ਕੋਈ ਹੋਰ, ਤਾਂ ਕਾਫੀ ਮੰਨ ਲਓ ਮੈਨੂੰ ਲੱਗਦਾ ਵੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਵੱਲੋਂ ਹੁੰਗਾਰਾ ਮਿਲਿਆ, ਲੋਕ ਹਾਜ਼ਰੀ ਲਵਾ ਰਹੇ ਨੇ। ਪਰ ਹਾਂ ਇਹ ਜ਼ਰੂਰ ਹੁੰਦਾ ਵੀ ਸਾਰੇ ਦਿਨ ਰਾਤ ਨਹੀਂ ਬੈਠ ਸਕਦੇ, ਤਾਂ ਉਹ ਬੈਠਣ ਦੀ ਜ਼ਿੰਮੇਵਾਰੀ ਉਹ ਸਾਡੀ ਆ। ਇੱਕ ਮੰਚ ਅਸੀਂ ਬਣਾ ਕੇ ਦਿੱਤਾ, ਆਵਾਜ਼ ਬੁਲੰਦ ਹੋਈ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਫਿਰ ਉਹ ਪ੍ਰੋਫੈਸਰ ਜਿਹੜੇ ਨਾਲ ਨੇ ਜੀ, ਉਹ ਜਦੋਂ ਅਸੀਂ ਉਹਨਾਂ ਨੂੰ ਮੀਡੀਆ ਦੇ ਉੱਤੇ ਕਹਿੰਦੇ ਆ ਵੀ ਤੁਸੀਂ ਜ਼ਰੂਰ ਜੀ ਇਹਨਾਂ ਦੇ ਲਈ ਆਵਾਜ਼ ਬੁਲੰਦ ਕਰੋ, ਉਹ ਕਹਿੰਦੇ ਜੀ ਸਾਡੀ ਤਾਂ ਨੌਕਰੀ ਦਾ ਮਸਲਾ। ਪਰ ਕੁਛ ਜਿਹੜੇ ਬੋਲਦੇ ਨੇ ਉਹਨਾਂ ਦਾ ਫਿਰ ਸਾਨੂੰ ਇਹ ਵੀ ਪਤਾ ਲੱਗ ਜਾਂਦਾ ਵੀ ਉਹਨਾਂ ਦੇ ਕੁਛ ਨਿੱਜੀ ਵੀ ਹੈਗੇ ਨੇ, ਵੀ ਆਪਸੀ ਰੰਜਿਸ਼ਾਂ ਕਰਕੇ ਹੁਣ ਵਿਦਿਆਰਥੀਆਂ ਦੀ ਆੜ ਲੈ ਕੇ, ਵਿਦਿਆਰਥੀਆਂ ਦੇ ਆੜ ਦੇ ਵਿੱਚ ਆਪਣੇ ਆਪ ਨੂੰ ਪ੍ਰਮੋਟ ਕੀਤਾ ਜਾ ਰਿਹਾ। ਨਹੀਂ ਇਹ ਗੱਲ ਤਾਂ ਨਹੀਂ ਵੀਰੇ ਕਹਿ ਸਕਦੇ ਆਪਾਂ, ਕਿਉਂਕਿ ਹਰ ਇੱਕ ਬੰਦਾ ਜੇ ਕੋਈ ਆਵਾਜ਼ ਚੱਕਦਾ, ਇਹ ਮਸਲਾ ਨਹੀਂ ਹੁੰਦਾ ਵੀ ਉਹਦਾ ਨਿੱਜੀ ਆ। ਹੁਣ ਜਿਵੇਂ ਤੁਸੀਂ ਐਂ ਤਾਂ ਫਿਰ ਇਹ ਗੱਲ ਵੀ ਆਪਾਂ ਮੰਨ ਲਾਂਗੇ ਨਾ ਵੀ ਮੈਂ ਇਲੈਕਸ਼ਨ ਲੜਨੀ ਸੀ, ਮੈਂ ਸੈਨੇਟ ਮੈਂਬਰ ਬਣਨਾ ਸੀ, ਤਾਂ ਮੈਂ ਇਸ ਲਈ ਬੈਠਾ। ਤਾਂ ਮੇਰੇ ਨਾਲ ਫਿਰ 43 ਉਮੀਦਵਾਰ ਹੋਰ ਵੀ ਸੀਗੇ ਨਾ 42, ਤਾਂ ਉਹਨਾਂ ਵਿੱਚੋਂ ਵੀ ਕੋਈ ਆ ਕੇ ਆਵਾਜ਼ ਬੁਲੰਦ ਕਰ ਸਕਦਾ ਸੀ, ਬੈਠ ਸਕਦਾ ਸੀ। ਹਾਂ ਇਹ ਜ਼ਰੂਰ ਆ ਵੀ 2-4 ਉਹਨਾਂ ਦੇ ਵਿੱਚੋਂ ਆਉਂਦੇ ਨੇ, ਆਏ ਨੇ, ਬਹਿੰਦੇ ਨੇ ਸਾਡੇ ਨਾਲ, ਪਰ ਇੱਕ ਇਹ ਨਹੀਂ ਹੁੰਦਾ ਵੀ ਤੁਸੀਂ ਇੱਕ ਉਸ ਚੀਜ਼ ਲਈ ਲੜ ਰਹੇ ਹੋ, ਨਿੱਜੀ ਚੀਜ਼ ਲਈ ਲੜ ਰਹੇ ਹੋ। ਤਾਂ ਇੱਕ ਮਤਲਬ ਮੰਚ ਬਣਾਉਣਾ ਜ਼ਰੂਰੀ ਹੁੰਦਾ। ਤਾਂ ਇਹ ਆ ਵੀ ਜੇ ਸੈਨੇਟ ਰਹੂਗੀ, ਜੇ ਲੋਕਤੰਤਰ ਰਹੂਗਾ ਯੂਨੀਵਰਸਿਟੀ ਦੇ ਵਿੱਚ, ਤਾਂ ਹੀ ਮੈਂ ਸੈਨੇਟ ਮੈਂਬਰ ਬਣੂੰਗਾ ਨਾ। ਤਾਂ ਫਿਰ ਇਹ ਚੀਜ਼ ਹੁਣ ਆਪਣਾ ਤਾਂ ਡਿਮਾਂਡ ਇਹੀ ਹੈ ਵੀ ਇੱਕ ਵਾਰੀ ਚੋਣ ਹੋਣੀ ਚਾਹੀਦੀ ਹੈ। ਚੋਣ ਜਿੱਤਦਾ ਕੌਣ ਹੈ, ਹਾਰਦਾ ਕੌਣ ਆ, ਉਹ ਵੋਟਰਾਂ ਨੇ ਦੇਖਣਾ। ਚੋਣ ਜਿਹੜੀ ਇਲੈਕਸ਼ਨ ਆ ਉਹ ਹੋਣੀ ਜ਼ਰੂਰੀ ਆ, ਤਾਂ ਇਸ ਲਈ ਸਾਡੀ ਲੜਾਈ ਆ। ਪਰ ਸੈਨੇਟ ਨੂੰ ਖਤਮ ਕਿਉਂ ਕਰਨਾ ਚਾਹੁੰਦੇ? ਉਹਦੇ ਪਿੱਛੇ ਮਕਸਦ ਕੀ ਆ? ਉਹਨਾਂ ਨੂੰ ਕੀ ਫਾਇਦਾ ਹੋਣਾ? ਤੁਸੀਂ ਅੱਗੇ ਆ ਜਾਂਦੇ ਹੋ, ਤੁਹਾਡੇ ਅੱਗੇ ਆਉਣ ਦੇ ਨਾਲ ਉਹਨਾਂ ਨੂੰ ਕੀ ਨੁਕਸਾਨ ਆ? ਨਹੀਂ ਅੱਗੇ ਆਉਣ ਦੇ ਰਹੇ, ਉਹਦਾ ਫਾਇਦਾ ਕੀ ਹੈ?
ਵੀਰੇ ਜਿਹੜੀ ਇਹਦੀ ਸੈਨੇਟ ਦੀ ਗ੍ਰੈਜੂਏਟ ਖੇਤਰ ਹੁੰਦਾ ਨਾ ਜਿਹੜਾ, ਇਹਦੇ ਵਿੱਚ ਨੌਜਵਾਨਾਂ ਦੀ ਸਭ ਤੋਂ ਵੱਧ ਜਿਹੜੀ ਹੁੰਦੀ ਆ ਰਿਪਰੈਜ਼ੈਂਟੇਸ਼ਨ ਹੁੰਦੀ ਆ। ਨੌਜਵਾਨ ਜਿਹੜੇ ਇਹਦੇ ਵਿੱਚੋਂ ਜ਼ਿਆਦਾ ਚੁਣ ਕੇ ਆਉਂਦੇ ਨੇ। ਜਿਹੜੀਆਂ ਬਾਕੀ ਜਿਹੜੀਆਂ ਕੈਟਾਗਰੀਜ਼ ਹੁੰਦੀਆਂ ਨੇ, ਜਿਵੇਂ ਅਧਿਆਪਕਾਂ ਦੀ ਜਿਹੜੀ ਕੈਟਾਗਰੀ ਆ ਜਾਂ ਜਿਹੜੀ ਪ੍ਰਿੰਸੀਪਲ ਕੈਟਾਗਰੀ ਆ, ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਨੂੰ ਅਥਾਰਟੀਆਂ ਦੇ ਨਾਲ, ਉਹਨਾਂ ਨੂੰ ਅਥਾਰਟੀ ਦੇ ਨਾਲ ਮਿਲ ਕੇ ਚੱਲਣਾ ਪੈਂਦਾ। ਉਹ ਸਿੱਧਾ ਅਥਾਰਟੀ ਦੇ ਨਾਲ ਲੜ ਨਹੀਂ ਸਕਦੇ, ਅਥਾਰਟੀ ਦੇ ਖਿਲਾਫ ਉਸ ਲੈਵਲ ਦੀ ਆਵਾਜ਼ ਬੁਲੰਦ ਨਹੀਂ ਕਰ ਸਕਦੇ ਜਿਹੜੀ ਅਸੀਂ ਕਰ ਸਕਦੇ ਹਾਂ, ਕਿਉਂਕਿ ਉਹਨਾਂ ਦੀਆਂ ਕੁਛ ਨਾ ਕੁਛ ਲਿਮਿਟੇਸ਼ਨਸ ਹੁੰਦੀਆਂ ਨੇ, ਸੀਮਾਵਾਂ ਹੁੰਦੀਆਂ ਨੇ। ਤਾਂ ਸਾਡੀ ਲੋਕਾਂ ਦੇ ਲਈ, ਵਿਦਿਆਰਥੀਆਂ ਦੇ ਲਈ, ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਦੇ ਲਈ ਜਿਹੜੀ ਗੱਲ ਕਰਨੀ ਆ, ਸਾਡੀ ਉਹਦੇ ਲਈ ਕੋਈ ਹੱਦ ਨਹੀਂ ਹੈ, ਕਿਉਂਕਿ ਅਸੀਂ ਅਥਾਰਟੀ ਨਾਲ ਸਿੱਧਾ ਮੱਥਾ ਵੀ ਲਾ ਸਕਦੇ ਹਾਂ। ਇਸੇ ਲਈ ਇਹਨਾਂ ਨੂੰ ਇਹ ਗ੍ਰੈਜੂਏਟ ਵਰਗ ਦੇ ਵਿੱਚੋਂ ਜਿਹੜੇ ਉਮੀਦਵਾਰ ਆਉਂਦੇ ਆ ਚੁਣ ਕੇ ਆਉਣੇ, ਇਹੀ ਚੁੱਭਦੇ ਨੇ। ਇਸੇ ਚੋਣ ਦੇ ਉੱਤੇ ਅਟੈਕ ਜ਼ਿਆਦਾ ਕੀਤਾ ਜਾ ਰਿਹਾ, ਕਿਉਂਕਿ ਬਾਕੀ ਸਾਰੀਆਂ ਚੋਣਾਂ ਤਾਂ ਤਕਰੀਬਨ ਹੋ ਹੀ ਗਈਆਂ ਨੇ। ਜਿਹੜੀ ਬਾਕੀ ਸੈਨੇਟ ਆ ਉਹ ਤਾਂ ਸਾਰੀ ਦੀ ਸਾਰੀ ਚੁਣੀ ਗਈ ਆ, ਜਾਂ ਜਿਹੜੇ ਨੋਮੀਨੇਟ ਹੋਣੇ ਆ ਉਹ ਵੀ ਹੋਈ ਗਏ ਆ। ਤਾਂ ਜਿਹੜੇ 15 ਉਮੀਦਵਾਰ ਸਾਡੇ ਚੋਂ ਚੁਣ ਕੇ ਆਉਣੇ ਆ, ਸਿਰਫ ਤੇ ਸਿਰਫ ਉਸੇ ਉੱਤੇ ਹੀ ਆਖਾ ਕਿ ਇਹਨਾਂ ਨੂੰ ਨਹੀਂ ਬਣਨ ਦੇਣਾ। ਤੇ ਪਿੱਛੇ ਜੇ ਇਹ ਗੱਲ ਵੀ ਇਹਨਾਂ ਨੇ, ਇੱਕ ਯੂਨੀਵਰਸਿਟੀ ਜਿਹੜੀ ਅਥਾਰਟੀ ਆ ਜਾਂ ਬੀਜੇਪੀ ਸਰਕਾਰ ਆ, ਇਹਨਾਂ ਨੇ ਇਹ ਗੱਲ ਵੀ ਚਲਾਈ ਸੀ ਕਿ ਇਹਨਾਂ ਦੀ ਗਿਣਤੀ 15 ਤੋਂ ਘਟਾ ਕੇ 4 ਕਰ ਦਿੱਤੀ ਜਾਵੇ, ਕਿਉਂਕਿ ਫਿਰ ਅੱਗੇ ਬਹੁਮਤ ਦਾ ਹੀ ਮਸਲਾ ਹੁੰਦਾ। ਪਰ ਮੈਂ ਇਹ ਮੰਨਦਾ ਵੀ ਜੇ ਤੁਸੀਂ ਆਵਾਜ਼ ਬੁਲੰਦ ਕਰਨ ਵਾਲਾ ਇੱਕ ਬੰਦਾ ਵੀ ਸੈਨੇਟ ਦੇ ਵਿੱਚ ਚੁਣ ਕੇ ਭੇਜ ਦਿੰਦੇ ਹੋ ਤਾਂ ਇੱਕ ਮੈਂਬਰ ਵੀ ਬਹੁਤ ਹੁੰਦਾ। ਤੁਸੀਂ ਦੇਖੋ ਹੁਣ ਮੈਂ ਇਸ ਟਾਈਮ ਨਾ, ਮੈਂ ਸਿਰਫ ਉਮੀਦਵਾਰ ਆ ਸੈਨੇਟ ਚੋਣਾਂ ਦਾ, ਮੈਂ ਮੈਂਬਰ ਤਾਂ ਨਹੀਂ ਹੈ ਨਾ। ਮੈਂ ਇੱਥੇ ਬੈਠਾ, ਆਵਾਜ਼ ਬੁਲੰਦ ਹੋਈ ਆ, ਸਾਰੇ ਪੰਜਾਬ ਦੇ ਕੋਨੇ-ਕੋਨੇ 'ਚ ਲੋਕਾਂ ਨੂੰ ਸੈਨੇਟ ਬਾਰੇ ਪਤਾ ਲੱਗਿਆ, ਤੁਸੀਂ ਸਾਡੇ ਕੋਲ ਚੱਲ ਕੇ ਆਏ ਹੋ, ਤਾਂ ਗੱਲ ਕਿਤੋਂ ਨਾ ਕਿਤੋਂ ਨਿਕਲਦੀ ਆ। ਜੇ ਮੈਂ ਸੈਨੇਟ ਮੈਂਬਰ ਹੋਊਂਗਾ, ਚਾਹੇ ਇਹ ਜ਼ਰੂਰ ਹੋ ਸਕਦਾ ਕਿ ਮੈਂ ਬਹੁਮਤ ਨੂੰ ਨਾ ਬਦਲ ਸਕਾਂ, ਅੰਦਰ ਉਸ ਗੱਲ ਨੂੰ ਤੇ ਮੈਂ ਨਾ ਰੋਕ ਸਕਾਂ, ਪਰ ਮੈਂ ਬਾਹਰ ਆ ਕੇ ਆਵਾਜ਼ ਤਾਂ ਉਠਾ ਸਕਦਾ ਨਾ ਅੰਦਰ ਕੀ ਹੋ ਰਿਹਾ। ਮੈਂਬਰ ਬਣਨ ਤੋਂ ਬਾਅਦ ਕਿਹੜੀ ਆਵਾਜ਼ ਤੁਸੀਂ ਬੁਲੰਦ ਕਰਨਾ ਚਾਹੁੰਦੇ ਹੋ ਵੈਸੇ? ਵਿਦਿਆਰਥੀਆਂ ਦੇ ਪੱਖ ਦੀ, ਪ੍ਰੋਫੈਸਰਾਂ ਦੇ ਪੱਖ ਦੀ, ਐਜੂਕੇਸ਼ਨ ਦੀ, ਜਾਂ ਕੀ? ਇੱਕ ਤਾਂ ਵੀਰੇ ਮੈਂ ਤੁਹਾਨੂੰ ਦੱਸ ਦਿਆਂ ਕਿ ਮੈਂ ਪੰਜਾਬੀ ਲਿਟਰੇਚਰ ਦਾ ਸਟੂਡੈਂਟ, ਹਾਂਜੀ, ਮੈਂ ਪੰਜਾਬੀ ਵਿਭਾਗ ਤੋਂ ਆਉਣਾ। ਇਹ ਯੂਨੀਵਰਸਿਟੀ ਆ ਜਿਹੜੀ, ਇਹ ਚੰਡੀਗੜ੍ਹ ਸ਼ਹਿਰ ਦੇ ਵਿੱਚ ਹੈ, ਤੇ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ। 28 ਪਿੰਡ ਪੰਜਾਬ ਦੇ ਪਿੰਡਾਂ ਦੀ ਬਲੀ ਦਿੱਤੀ ਗਈ ਜਦੋਂ ਇਹ ਸ਼ਹਿਰ ਬਣਿਆ। ਤਾਂ ਇੱਥੇ ਜਿਹੜੀ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਆ, ਜਿਹੜੀ ਪੰਜਾਬੀ ਦੀ ਪ੍ਰਤਿਨਿਧਤਾ ਬਿਲਕੁਲ ਖਤਮ ਹੋ ਚੁੱਕੀ ਆ। ਤੁਸੀਂ ਇੱਥੇ ਚੱਕਰ ਲਗਾ ਕੇ ਦੇਖੋਗੇ, ਜਿੰਨੇ ਬੋਰਡ ਨੇ ਯੂਨੀਵਰਸਿਟੀ ਦੇ ਵਿੱਚ ਲੱਗੇ ਹੋਏ, ਜਿਹੜੇ ਸੂਚਨਾ ਦੇ ਬੋਰਡ ਹੁੰਦੇ ਆ, ਜਾਂ ਉਹਨਾਂ ਤੇ ਹਿੰਦੀ ਲਿਖੀ ਹੋਈ ਆ ਜਾਂ ਉਹਨਾਂ ਤੇ ਅੰਗਰੇਜ਼ੀ ਲਿਖੀ ਹੋਈ ਆ। ਤਾਂ ਹੋਰ ਜਿਹੜੇ ਯੂਨੀਵਰਸਿਟੀ ਦੇ ਕੰਮ ਕਾਜ ਆ ਉਹਨਾਂ ਵਿੱਚ ਵੀ ਪੰਜਾਬੀ ਨੂੰ ਮਤਲਬ ਉਨੀ ਮਹੱਤਤਾ ਨਹੀਂ ਦਿੱਤੀ ਜਾ ਰਹੀ। ਇੱਕ ਤਾਂ ਮੇਨ ਜਿਹੜਾ ਮੇਰਾ ਮੁੱਦਾ ਰਹੂਗਾ ਉਹ ਇਹ ਆ ਵੀ ਪੰਜਾਬੀ, ਕਿਉਂਕਿ ਮੈਂ ਪੰਜਾਬੀ ਦਾ ਸਟੂਡੈਂਟ ਆ, ਪੰਜਾਬੀ ਦਾ ਵਿਦਿਆਰਥੀ ਆ, ਤਾਂ ਜਿਹੜੀ ਪੰਜਾਬੀ ਦੀ ਪ੍ਰਤਿਨਿਧਤਾ, ਪੰਜਾਬੀ ਬੋਲੀ ਦੀ, ਉਹ ਥੋੜ੍ਹੀ ਇੱਥੇ ਯੂਨੀਵਰਸਿਟੀ ਦੇ ਵਿੱਚ ਹੋਣੀ ਚਾਹੀਦੀ ਆ। ਦੂਜੀ ਮੈਂ ਇਹ ਕਹਿਣਾ ਵੀ ਜਿਹੜੇ ਨੌਜਵਾਨ ਵਰਗ ਦੀ ਪ੍ਰਤਿਨਿਧਤਾ, ਵਿਦਿਆਰਥੀਆਂ ਦੀ, ਕਿਉਂਕਿ ਵਿਦਿਆਰਥੀਆਂ ਦੇ ਹੱਕਾਂ ਦੀ ਜਿਹੜੀ ਆਵਾਜ਼ ਆ ਉਹ ਸੈਨੇਟ ਵਿੱਚ ਉਨੀ ਬੁਲੰਦ ਨਹੀਂ ਹੁੰਦੀ। ਇਹ ਅਕਸਰ ਹੀ ਦੇਖਿਆ ਜਾਂਦਾ, ਕਿਉਂਕਿ ਉੱਥੇ ਵੀ ਗਰੁੱਪਿਜ਼ਮ ਚੱਲਦਾ। ਤੇ ਬਾਕੀ ਇਹ ਆ ਕਿਸੇ ਗਰੁੱਪ ਨਾਲ ਸੰਬੰਧਿਤ ਨਹੀਂ ਹੈਗੇ ਆਪਾਂ। ਜੇ ਗਰੁੱਪ ਨਾਲ ਸੰਬੰਧਿਤ ਹੁੰਦੇ ਤਾਂ ਅੱਜ ਇੱਥੇ ਬੈਠਣ ਦੀ ਲੋੜ ਨਾ ਪੈਂਦੀ, ਕਿਉਂਕਿ ਉਹਨਾਂ ਜਿਹੜੇ ਬਾਕੀ ਦੇ ਉਮੀਦਵਾਰ ਨੇ ਉਹਨਾਂ ਨੇ ਸਾਰਿਆਂ ਨੇ ਆਪੋ ਆਪਣਾ ਪ੍ਰਚਾਰ ਚਲਾ ਰੱਖਿਆ। ਹੁਣ ਵੀ ਉਹਨਾਂ ਨੂੰ ਪਤਾ ਹੈ ਵੀ ਜਿਹੜੀ ਇਲੈਕਸ਼ਨ ਦੀ ਡੇਟ ਆ ਉਹ ਆਉਣ ਵਾਲੀ ਆ, ਜਾਂ ਹੁਣ ਅਗਲੇ ਐਤਵਾਰ ਨੂੰ ਆ ਜਾਣੀ ਆ, ਜਾਂ ਉਸ ਤੋਂ ਅਗਲੇ ਨੂੰ ਆ ਜਾਣੀ ਆ। ਵੀ ਲੋਕਾਂ ਨੂੰ ਉਮੀਦ ਹੈ ਕਿ ਸਤੰਬਰ ਦੇ ਵਿੱਚ ਇਹ ਚੋਣ ਹੋ ਜਾਣੀ ਆ, ਕਿਉਂਕਿ ਸਾਰਿਆਂ ਦੇ ਅਥਾਰਟੀ ਨਾਲ ਥੋੜ੍ਹੇ ਬਹੁਤ ਕਨੈਕਸ਼ਨ ਹੁੰਦੇ ਨੇ। ਪਰ ਮੈਂ ਸਿਰਫ ਤੇ ਸਿਰਫ 24 ਘੰਟੇ ਮੈਂ ਇੱਥੇ ਬੈਠਾ, ਦਿਨ ਰਾਤ ਮੈਂ ਇੱਥੇ ਆ, ਤਾਂ ਮੇਰਾ ਜਿਹੜਾ ਪ੍ਰਚਾਰ ਆ ਉਹ ਬਿਲਕੁਲ ਬੰਦ ਆ। ਤੇ ਇਹ ਵੀ ਹੋ ਸਕਦਾ ਕਿ ਅਗਲੇ ਐਤਵਾਰ ਚੋਣ ਹੋ ਜਾਵੇ। ਪਰ ਜੇ ਉਹਨਾਂ ਨੇ ਇਹ ਕਹਿ ਦਿੱਤਾ ਵੀ ਬਿੱਲਾ ਹੋਰੀ ਤਾਂ ਅਸੀਂ ਤਾਂ ਮੌਤ ਤੋਂ ਮੌਤ ਜਾ ਕੇ ਆਪਾਂ ਪ੍ਰਚਾਰ ਕਰ ਰਹੇ ਹਾਂ, ਤੇ ਤੁਹਾਡਾ ਤਾਂ ਮੀਡੀਆ ਨਾਲ ਪ੍ਰਚਾਰ ਹੋਈ ਜਾ ਰਿਹਾ। ਇਹ ਹੁਣ ਤੁਸੀਂ ਸੋਚਦੇ ਹੋ ਨਾ, ਇਹੀ ਤਾਂ ਫਿਰ ਇਹ ਨੈਗੇਟਿਵ ਪੋਜ਼ਿਟਿਵ ਪੱਖਾ। ਅਸੀਂ ਨਹੀਂ ਸੋਚਦੇ ਜੇ ਉਹਨਾਂ ਨੇ ਸਵਾਲ ਚੁੱਕੇ। ਮੈਂ ਤੁਹਾਨੂੰ ਉਹੀ ਦੱਸਦਾ ਵੀਰੇ, ਇਹ ਜਿਹੜੀ ਚੋਣ ਆ ਨਾ, ਇਹ ਪ੍ਰਚਾਰ ਤੇ ਇਹ ਇਸ ਲੈਵਲ ਦੀ ਚੋਣ ਨਹੀਂ ਹੈ ਕਿ ਹਵਾ ਬਣਾ ਦਿੱਤੀ ਜਾਵੇ ਜਾਂ ਪ੍ਰਚਾਰ ਹੋ ਜਾਵੇ ਤੇ ਵੋਟਾਂ ਪੈ ਜਾਣ। ਕਿਉਂਕਿ ਇਹਦੇ ਵਿੱਚ ਪਹਿਲੀ ਗੱਲ ਤਾਂ ਜਿਹੜੇ ਵੋਟਰ ਨੇ, ਤੁਸੀਂ ਮੰਨ ਲਓ ਵੀ 4 ਲੱਖ ਦੇ ਕਰੀਬ ਇਹਦੀ ਵੋਟ ਹੈਗੀ, ਤਾਂ ਉਹਦੇ ਵਿੱਚੋਂ ਪਿਛਲੀ ਵਾਰ 58,000 ਵੋਟ ਪੋਲ ਹੁੰਦੀ ਆ। ਵੋਟਰ ਨੂੰ ਕੋਈ ਇੰਟਰਸਟ ਨਹੀਂ ਹੈਗਾ ਵੀ ਮੈਂ ਵੋਟ ਪਾਉਣੀ ਆ। ਵੋਟ ਪਾਉਣੀ ਛੱਡੋ, ਵੋਟਰ ਨੂੰ ਵੋਟ ਬਣਾਉਣ ਤੱਕ ਦਾ ਇੰਟਰਸਟ ਨਹੀਂ ਹੈਗਾ। ਪਹਿਲਾਂ ਵੋਟਰਾਂ ਦੀਆਂ ਵੋਟਾਂ ਬਣਾਉਣੀਆਂ ਪੈਂਦੀਆਂ ਨੇ, ਫਿਰ ਉਹਨਾਂ ਦੀਆਂ ਵੋਟਾਂ ਭੁਗਤਾਉਣੀਆਂ ਪੈਂਦੀਆਂ ਨੇ, ਉਹਨਾਂ ਨੂੰ ਦੱਸਣਾ ਪੈਂਦਾ। ਤੇ ਇਸ ਵਾਰ ਤਾਂ ਇਹ ਹੋ ਚੁੱਕਿਆ ਵੀ ਇਦੋਂ ਪਹਿਲਾਂ 2 ਵਾਰੀ ਤਰੀਕਾਂ ਉਹਨਾਂ ਕੋਲੇ ਪਹੁੰਚ ਗਈਆਂ, ਤੇ ਤੀਜੀ ਵਾਰੀ ਹੁਣ ਜਦੋਂ ਫੇਰ ਜਾਵਾਂਗੇ ਤਾਂ ਉਹਨਾਂ ਨੇ ਇਹੀ ਕਹਿ ਦੇਣਾ ਅੱਕ ਕੇ ਵੀ ਹੁਣ ਅਸੀਂ ਯਾਰ ਵੋਟਾਂ 'ਚ ਕੁਝ ਨਹੀਂ ਲੈਣਾ, ਸਾਡੇ ਕੋਲੇ ਨਾ ਆਇਓ। ਕਿਉਂਕਿ ਪਿੱਛੇ ਇਹ ਵੀ ਹੋਇਆ ਵੀ ਜਿਹੜੇ ਸੀਨੀਅਰ ਵੋਟਰ ਨੇ, ਬਜ਼ੁਰਗ ਜਿਹੜੇ ਵੋਟਰ ਨੇ, ਜਿਹੜੇ ਸੋਸ਼ਲ ਮੀਡੀਆ ਜਾਂ ਫੋਨ, ਟੈਲੀਫੋਨ, ਇਹਨਾਂ ਚੀਜ਼ਾਂ ਤੋਂ, ਟੈਕਨੋਲੋਜੀ ਤੋਂ ਦੂਰ ਨੇ, ਉਹ 18 ਤਰੀਕ ਨੂੰ ਵਿਚਾਰੇ ਪੋਲਿੰਗ ਬੂਥਾਂ ਤੇ ਧੱਕੇ ਖਾਂਦੇ ਦੇਖੇ ਗਏ ਨੇ। ਉਹਨਾਂ ਨੂੰ ਤਾਂ ਇਹ ਸੀ ਨਾ ਵੀ 18 ਅਗਸਤ ਨੂੰ ਹੈਗੀ ਆ। ਹੁਣ ਜਿਹੜਾ ਇੱਕ ਵਾਰੀ ਬੰਦਾ ਜਾਇਆ ਆ ਪੋਲਿੰਗ ਬੂਥ ਤੇ, ਉਹਨੇ ਦੁਬਾਰੇ ਵੋਟ ਪਾਉਣ ਲਈ ਨਹੀਂ ਜਾਣਾ। ਤਾਂ ਇਹ ਜਿਹੜੀ ਵੋਟ ਆ, ਇਹਦੇ 'ਚ ਇਹ ਬਹੁਤ ਜ਼ਰੂਰੀ ਆ ਕਿ ਇਕੱਲੇ ਵੋਟਰ ਨਾਲ ਸੰਪਰਕ ਸਾਧਿਆ ਜਾਵੇ। ਫੋਨ ਜਰੀਏ ਵੀ ਹੋ ਸਕਦਾ, ਪਰ ਜਾ ਕੇ ਪਰਸਨਲੀ ਸਾਧਣਾ ਬਹੁਤ ਜ਼ਰੂਰੀ ਆ। ਤਾਂ ਉਹ ਸਾਰੇ ਉਹਦੇ ਤੇ ਲੱਗੇ ਹੋਏ ਨੇ। ਤਾਂ ਮੈਂ ਨਹੀਂ ਮੰਨਦਾ ਵੀ ਇਹ ਪ੍ਰਚਾਰ ਜਿਹੜਾ ਹੈਗਾ ਇਹ ਕੰਮ ਕਰੂਗਾ। ਚਲੋ ਬਾਕੀ ਮੇਰਾ ਜਿਹੜਾ ਏਮ ਆ ਉਹ ਤਾਂ ਇਹੀ ਆ ਵੀ ਆਪਾਂ ਇੱਕ ਜਿਹੜੀ ਗੱਲ ਜ਼ਬਾਨ ਤੇ ਆ, ਵੀ ਜਿਹੜੀ ਗੱਲ ਕਹਿ ਕੇ ਬੈਠੇ ਆ ਵੀ ਤਰੀਕ ਮਿਲਣੀ ਚਾਹੀਦੀ ਆ, ਤੇ ਤਰੀਕ ਲੈ ਕੇ ਉੱਠਾਂਗੇ। ਉਦੋਂ ਬਾਅਦ ਦੇਖਦੇ ਆ ਵੀ ਅੱਗੇ ਚੋਣ ਕਿਵੇਂ ਹੁੰਦੀ ਆ, ਕੀ ਗੱਲਬਾਤ ਹੈ। ਇਸ ਯੂਨੀਵਰਸਿਟੀ ਦੇ ਵਿੱਚ ਜੇ ਵਿਦਿਆਰਥੀ ਚੋਣਾਂ ਵੀ ਪੈਂਡਿੰਗ ਨੇ? ਵਿਦਿਆਰਥੀ ਚੋਣਾਂ ਵੀਰੇ ਸਤੰਬਰ ਦੇ ਵਿੱਚ ਹੁੰਦੀਆਂ ਨੇ, ਪਿਛਲੇ ਸਾਲ ਨਹੀਂ ਹੋਈਆਂ, ਦੂਜਾ ਸਤੰਬਰ ਆ ਗਿਆ। ਵਿਦਿਆਰਥੀ ਚੋਣਾਂ ਤਾਂ ਹੋਣਗੀਆਂ ਜੇ ਯੂਨੀਵਰਸਿਟੀ ਖੁੱਲੂਗੀ। ਤਾਂ ਉਹਨਾਂ ਲਈ ਵੀ ਇੱਕ ਧਰਨਾ ਲੱਗ ਤੋਂ ਜੜੋਗੇ?
ਨਹੀਂ ਉਹਨਾਂ ਲਈ ਵੀਰੇ ਸਾਡੇ ਜਿਹੜਾ ਇਹ ਸਾਡਾ ਪ੍ਰੋਟੈਸਟ ਆ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਇਹ ਸਿਰਫ ਸੈਨੇਟ ਚੋਣਾਂ ਲਈ ਜਾਂ ਸੈਨੇਟ ਮੈਂਬਰ ਬਣਨ ਲਈ ਨਹੀਂ ਹੈਗਾ। ਮੈਂ ਇਹ ਚਾਹੁੰਦਾ ਸੀ ਨਿੱਜੀ ਤੌਰ ਤੇ, ਮੈਂ 10 ਸਾਲ ਤੋਂ ਯੂਨੀਵਰਸਿਟੀ ਦਾ ਵਿਦਿਆਰਥੀ ਹਾਂ, ਯੂਨੀਵਰਸਿਟੀ ਦੇ ਨਾਲ ਜੁੜਿਆ ਹੋਇਆ, ਤਾਂ ਮੈਂ ਨਿੱਜੀ ਤੌਰ ਤੇ ਇਹ ਚਾਹੁੰਦਾ ਸੀ ਕਿ ਇੱਕ ਮੰਚ ਬਣਾਇਆ ਜਾਵੇ ਜਿੱਥੇ ਯੂਨੀਵਰਸਿਟੀ ਦੀਆਂ ਜਿੰਨੀਆਂ ਮੁਸ਼ਕਲਾਂ ਨੇ ਉਹਨਾਂ ਦੀ ਆਵਾਜ਼ ਉਠਾਈ ਜਾਵੇ, ਆਵਾਜ਼ ਚੱਕੀ ਜਾਵੇ, ਤੇ ਇਹ ਚੀਜ਼ ਅਸੀਂ ਬਣਾਉਣ 'ਚ ਕਾਮਯਾਬ ਰਹੇ ਹਾਂ। ਕਿਉਂਕਿ ਇਹ ਯੂਨੀਵਰਸਿਟੀ ਦੇ ਬੜੇ ਇਹੋ ਜਿਹੇ ਮਸਲੇ ਸੀਗੇ। ਇੱਕ ਕੱਲ੍ਹ ਰੋਡ ਖਲਾਈ ਅਸੀਂ, ਉਹ ਵਾਈਸ ਚਾਂਸਲਰ ਨੇ ਵਾਸਤੂ ਸ਼ਾਸਤਰ ਕਰਕੇ ਰੋਡ ਬੰਦ ਕਰ ਰੱਖੀ ਸੀ, ਤਾਂ ਉਹ ਰੋਡ ਇੱਥੇ ਵਿਦਿਆਰਥੀ ਜਥੇਬੰਦੀਆਂ ਨੇ ਸਮਰਥਨ ਦਿੱਤਾ, ਬਾਕੀ ਸਾਰਿਆਂ ਨੇ, ਤਾਂ ਉਹ ਜੋ ਵੀ ਉਹਨਾਂ ਨੇ ਰੋਕਿਆ ਸੀ, ਗਮਲੇ ਗੁਮਲੇ ਜੇ ਧਰ ਕੇ ਰੋਕ ਰੱਖੀ ਸੀ, ਉਹ ਸਾਰਾ ਕੁਝ ਚੱਕ ਕੇ ਉਹ ਰੋਡ ਖਲਾਈ ਗਈ। ਹੋਰ ਯੂਨੀਵਰਸਿਟੀ ਦੇ ਬੜੇ ਜਿਹੜੇ ਬੁਨਿਆਦੀ ਢਾਂਚਾ ਜਿਹੜਾ ਉਹ ਬਰਬਾਦ ਹੋਇਆ ਪਿਆ, ਉਹ ਬੜੇ ਮਸਲੇ ਨੇ। ਤਾਂ ਹਾਂ, ਇਹ ਜ਼ਰੂਰ ਹੈ ਵੀ ਜਦੋਂ ਜਿਹੜੀ ਸੋਚ ਆ ਨਾ ਜਿਹੜੀ ਆਪਾਂ ਨੂੰ ਮਾਰਨਾ ਚਾਹੁੰਦੀ ਆ, ਉਹਨਾਂ ਦਾ ਮੇਨ ਜਿਹੜਾ ਹਮਲਾ ਉਹ ਲੋਕਤੰਤਰ ਦੇ ਉੱਤੇ ਆ। ਜਦੋਂ ਅਗਲੇ ਸੈਨੇਟ ਦੀਆਂ ਚੋਣਾਂ ਨਹੀਂ ਹੋਣ ਦੇ ਰਹੇ, ਤਾਂ ਵਿਦਿਆਰਥੀ ਚੋਣਾਂ ਵੀ ਉਹ ਸੌਖੀਆਂ ਨਹੀਂ ਹੋਣ ਦੇਣਗੇ। ਤਾਂ ਵਿਦਿਆਰਥੀ ਜਥੇਬੰਦੀਆਂ ਨੂੰ ਇਹੀ ਅਪੀਲ ਆ ਕਿ ਹੁਣੇ ਤੋਂ ਆਪਣੀ ਤਿਆਰੀ ਰੱਖੋ। ਪਹਿਲੀ ਗੱਲ ਤਾਂ ਇਹਨਾਂ ਨੇ ਤੁਹਾਡੀਆਂ ਚੋਣਾਂ ਹੋਣ ਨਹੀਂ ਦੇਣੀਆਂ। ਜੇ ਚੋਣਾਂ ਹੋਣਗੀਆਂ ਤਾਂ ਵੀ ਤੁਹਾਨੂੰ ਦੁੱਗਣੀ ਤਿਆਰੀ ਕਰਨੀ ਪੈਣੀ ਹੈ, ਕਿਉਂਕਿ ਯੂਨੀਵਰਸਿਟੀ ਖਿਲਾਉਣੀ ਬਹੁਤ ਜ਼ਰੂਰੀ ਆ ਉਹਦੇ ਲਈ। ਵੈਸੇ ਵਿਦਿਆਰਥੀ ਚੋਣਾਂ ਸਤੰਬਰ ਦੇ ਪਹਿਲੇ ਐਤਵਾਰ ਨੂੰ ਹੁੰਦੀਆਂ, ਸ਼ੁੱਕਰਵਾਰ ਨੂੰ ਹੁੰਦੀਆਂ ਸੀ, ਤਾਂ ਤੁਸੀਂ ਦੇਖ ਲਓ ਹੁਣ ਸਤੰਬਰ ਤਾਂ ਆਇਆ ਹੀ ਪਿਆ, ਤੇ ਹਾਲੇ ਤੱਕ ਯੂਨੀਵਰਸਿਟੀ ਖੁੱਲ੍ਹੀ ਨਹੀਂ ਆ, ਖੁੱਲ੍ਹਣ ਦਾ ਕੋਈ ਮਾਹੌਲ ਨਹੀਂ ਹੈਗਾ, ਤਾਂ ਫਿਰ ਵਿਦਿਆਰਥੀ ਚੋਣਾਂ ਕਿੱਥੋਂ ਭਾਲਦੇ ਆਪਾਂ। ਉਹ ਕਹਿੰਦੇ ਕਰੋਨਾ ਬਹੁਤ ਹੈ ਜੀ ਇੱਥੇ। ਕੋਈ ਕਰੋਨਾ ਨਹੀਂ ਹੈ ਵੀਰੇ। ਜੇ ਇੱਥੇ ਕਰੋਨਾ, ਫਿਰ ਜਿਹੜਾ ਪੱਛਮੀ ਬੰਗਾਲ ਦੇ ਵਿੱਚ ਚੋਣਾਂ ਹੋਈਆਂ ਉਦੋਂ ਤਾਂ ਸੈਕੰਡ ਵੇਵ ਪੂਰੀ ਪੀਕ ਤੇ ਸੀਗੀ ਨਾ, ਉਹ ਵੀ ਤਾਂ ਫਿਰ ਵੋਟਾਂ ਹੀ ਸੀਗੀਆਂ। ਜਦੋਂ ਪੰਜਾਬ ਦੇ ਵਿੱਚ ਐਮਸੀ ਦੀਆਂ ਚੋਣਾਂ ਹੋ ਰਹੀਆਂ, ਲੋਕਲ ਬਾਡੀਜ਼ ਦੀਆਂ ਥਾਂ ਤੇ ਚੋਣਾਂ ਹੋ ਰਹੀਆਂ, ਜਦੋਂ ਕੁੰਭ ਦੇ ਮੇਲੇ ਲਾਏ ਜਾ ਰਹੇ ਆ, ਫਿਰ ਉਦੋਂ ਕਰੋਨਾ ਕਿੱਥੇ ਸੀਗਾ। ਤਾਂ ਹੁਣ ਬਾਕੀ ਇਹ ਗੱਲ ਹੈ ਵੀ ਤੁਸੀਂ ਅਕਸਰ ਹੀ ਉੱਥੇ ਮਤਲਬ ਮੀਡੀਆ ਪਰਸਨ ਹੋ, ਕਵਰੇਜ ਕਰਦੇ ਰਹਿੰਦੇ ਹੋ, ਜਿਹੜਾ ਆਪਣਾ ਕਿਸਾਨ ਅੰਦੋਲਨ ਹੈ ਉੱਥੋਂ ਕਿੰਨੇ ਕੇਸ ਆਏ ਨੇ ਕਰੋਨਾ ਦੇ। ਤਾਂ ਇਹ ਤਾਂ ਚੀਜ਼ਾਂ ਨੂੰ ਆਪਣੇ ਹਿਸਾਬ ਨਾਲ ਵਰਤਦੇ ਨੇ। ਜਿਹੜੀ ਇੱਕ ਗੱਲ ਤੁਸੀਂ ਵੀਸੀ ਸਾਹਿਬ ਦੀ ਦੱਸੀ, ਵਾਸਤੂ ਸ਼ਾਸਤਰ ਕਰਕੇ ਰੋਕਿਆ ਸੀ, ਤੇ ਜੇ ਵੀਸੀ ਸਾਹਿਬ ਨਾਲ ਗੱਲ ਕਰੀਏ, ਜੇ ਉਹਨਾਂ ਨੇ ਕੋਈ ਹੋਰ ਦਲੀਲ ਦੇਤੀ, ਤੁਸੀਂ ਇਸ ਚੀਜ਼ ਨੂੰ ਸ਼ੋਰ ਕਿਵੇਂ ਹੋ? ਸ਼ੋਰ ਅਸੀਂ ਇਸ ਲਈ ਆ ਵੀਰੇ ਵੀ ਦਲੀਲ ਇਹ ਅੱਜ ਦੀ ਗੱਲ ਨਹੀਂ ਹੈਗੀ। 1.5 ਸਾਲ ਤੋਂ ਮੈਮੋਰੰਡਮ ਜਿਹੜੀਆਂ ਵਿਦਿਆਰਥੀ ਜਥੇਬੰਦੀਆਂ ਦੇ ਰਹੀਆਂ ਨੇ ਵੀ ਆਹ ਸਾਹਮਣੇ ਰੋਡ ਹੈ, ਇਸ ਰੋਡ ਦੇ ਉੱਤੇ ਹੋਰ ਕੋਈ ਆਪਾਂ ਉਸਾਰੀ ਨਹੀਂ ਕਰਨੀ, ਇਹ ਨਕਸ਼ੇ ਦੇ ਵਿੱਚ ਪਾਸ ਹੈ, ਇਹਦੇ ਉੱਤੇ ਆਪਾਂ ਗਮਲੇ ਐਵੇਂ ਚਣਕੇ ਧਰ ਦਈਏ ਤਾਂ ਇਹਦਾ ਹੋਰ ਕੀ ਮਤਲਬ ਹੋਊਗਾ। ਹੁਣ ਇਹ ਤਾਂ ਹੈ ਨਹੀਂ ਵੀ ਆਪਾਂ ਸੜਕ ਤੇ ਥੋੜੀ ਗਮਲੇ ਧਰਾਂਗੇ। ਤੇ ਬਾਕੀ ਜੋਤਿਸ਼ ਵਿੱਦਿਆ ਦੇ ਕੋਰਸ ਇੱਥੇ ਸ਼ੁਰੂ ਹੋਣ ਦੀ ਗੱਲ ਚੱਲ ਰਹੀ ਹੈ ਵੀ ਉਹ ਵੀ ਸ਼ੁਰੂ ਹੋ ਰਹੇ ਨੇ, ਤਾਂ ਇਹ ਤਾਂ ਗੱਲ ਕਲੀਅਰ ਹੀ ਆ। ਬਾਕੀ ਤੁਸੀਂ ਪੁੱਛੋ, ਅਸੀਂ ਤਾਂ ਆਪ ਜਾਣਨਾ ਚਾਹੁੰਦੇ ਹਾਂ ਵੀ ਇਹਦਾ ਕਾਰਨ ਕੀ ਆ। ਜੇ ਵਾਸਤੂ ਸ਼ਾਸਤਰ ਨਹੀਂ ਹੈਗਾ ਤਾਂ ਸਾਨੂੰ ਇਹਦਾ ਕਾਰਨ ਤਾਂ ਦੱਸਿਆ ਜਾਵੇ ਨਾ, ਵੀ ਸੜਕ ਤੇ ਗਮਲੇ ਕਿਉਂ ਧਰੇ ਜਾਂਦੇ ਨੇ। ਗਮਲੇ ਰੱਖਣ ਲਈ ਤਾਂ ਯੂਨੀਵਰਸਿਟੀ 'ਚ ਹੋਰ ਬਹੁਤ ਜਗ੍ਹਾ ਹੈਗੀ ਆ, ਉਹ ਤਾਂ ਤੁਸੀਂ ਉਹਨਾਂ ਨੂੰ ਪੁੱਛੋ। ਅਸੀਂ ਵੀ ਜਾਣਨਾ ਚਾਹੁੰਦੇ ਹਾਂ। ਅਸੀਂ ਕੱਲ੍ਹ ਸਿਕਿਉਰਿਟੀ ਵਾਲਿਆਂ ਨੂੰ ਵੀ ਪੁੱਛਿਆ ਵੀ ਐਡਾ ਕੀ ਮਸਲਾ ਜਿਹੜਾ ਤੁਸੀਂ ਐਡਾ ਲਾਮ ਲਸ਼ਕਰ ਐਡੀਆਂ ਵੱਡੀਆਂ ਫੋਰਸਾਂ ਲੈ ਕੇ ਇੱਥੇ ਪਹੁੰਚੇ ਹੋ, ਵੀ ਇਹ ਅਸੀਂ ਰੋਡ ਖਾਲੀ ਨਹੀਂ ਹੋਣ ਦੇਣੀ, ਵੀ ਇਹ ਮਸਲਾ ਹੈ ਕੀ ਆ। ਤਾਂ ਉਹਨਾਂ ਕੋਲ ਕੋਈ ਜਵਾਬ ਨਹੀਂ ਸੀਗਾ। ਅਸੀਂ ਤਾਂ ਆਪ ਪੁੱਛਣਾ ਚਾਹੁੰਦੇ ਹਾਂ ਵੀ ਇਹ ਕਿਉਂ ਰੱਖੇ ਗਏ ਸੀ, ਰੋਡ ਕਿਉਂ ਬੰਦ ਕੀਤਾ ਗਿਆ ਸੀ। ਉਹ ਆਰਾਮ ਦੇ ਨਾਲ ਫਿਰ ਖਾਲੀ ਹੋ ਗਈ, ਕੋਈ ਖੂਨ ਖਰਾਬਾ ਤਾਂ ਨਹੀਂ ਹੋਇਆ? ਨਹੀਂ, ਖੂਨ ਖਰਾਬਾ ਚਲੋ ਕੀ ਹੋਣਾ ਜੀ, ਪਰ ਇਹ ਸੀਗਾ ਵੀ ਮਤਲਬ ਐਡੀ ਗੱਲ ਹੈ ਨਹੀਂ ਸੀ ਜਿੱਡੀ ਉਹਨਾਂ ਨੇ ਬਣਾਈ। ਮਤਲਬ ਆਮ ਜੀ ਗੱਲ ਆ ਵੀ ਸਾਡੀ ਸੜਕ ਹੈ ਜੀ, ਤੁਸੀਂ ਇਹਦੇ ਤੇ ਕੋਈ ਚੀਜ਼ ਰੱਖਤੀ, ਆਪਾਂ ਉਹ ਚੀਜ਼ ਚੱਕ ਕੇ ਪਾਸੇ ਕਰਤੀ, ਕਿਉਂਕਿ ਵਿਦਿਆਰਥੀਆਂ ਲਈ ਬਣੀ ਹੋਈ ਹੈ ਨਾ, ਰੋਡ ਨਕਸ਼ਿਆਂ ਦੇ ਵਿੱਚ ਪਾਸ ਹੋਈ ਆ। ਤਾਂ ਉੱਥੋਂ ਹੀ ਆਪਾਂ ਨੂੰ ਇਹ ਗੱਲ ਸਮਝ ਆਉਂਦੀ ਆ ਨਾ ਵੀ ਜਦੋਂ ਆਪਾਂ ਕਿਸੇ ਦੀ ਸੋਚ ਤੇ ਹਿੱਟ ਕਰਦੇ ਆ ਨਾ, ਇਹ ਉਹਨਾਂ ਦੀ ਸੋਚ ਤੇ ਅਟੈਕ ਸੀਗਾ। ਉਹਨਾਂ ਨੂੰ ਲੱਗਿਆ ਕਿ ਸਾਡੀ ਸੋਚ ਦੇ ਉੱਤੇ ਮਤਲਬ ਜਿਹੜੇ ਵਿਦਿਆਰਥੀ ਆ ਹਮਲਾ ਕਰ ਰਹੇ ਨੇ, ਵੀ ਉਹਨਾਂ ਨੂੰ ਪਤਾ ਸੀ ਵੀ ਅਸੀਂ ਜੋਤਿਸ਼ ਵਿੱਦਿਆ ਥਰੂ ਚੱਲਦੇ ਆ ਜਿਵੇਂ ਵੀ ਆ। ਹੁਣ ਇਹ ਗੇਟ ਆ, ਇਹ ਯੂਨੀਵਰਸਿਟੀ ਦਾ ਮੇਨ ਗੇਟ ਆ। ਤੁਸੀਂ ਮਾੜਾ ਜਿਹਾ ਆਪਣੇ ਕੈਮਰਾਮੈਨ ਨੂੰ ਕਹੋ ਕਿ ਉਹ ਦਿਖਾ ਦੇਣ, ਤੇ ਤੁਹਾਨੂੰ ਇਹ ਗੇਟ ਦੇਖ ਕੇ LOC ਦਾ ਭੁਲੇਖਾ ਪਊਗਾ, ਜਿਵੇਂ ਕਾਰਗਿਲ ਤੇ ਖੜੇ ਹੁੰਦੇ ਆਪਾਂ। ਉੱਪਰ ਦੇਖੋ ਇਹਦੇ ਤਿੱਖੀਆਂ ਲੋਹੇ ਦੀਆਂ ਕਿੱਲਾਂ ਲਾਈਆਂ। LOC ਤਾਂ ਠੀਕ ਹੈ, ਪਰ ਮੈਨੂੰ ਇਹ ਦੇਖ ਕੇ ਜੀ ਉਹ ਦਿੱਲੀ ਦਾ ਬਾਰਡਰ ਵੀ ਯਾਦ ਆ ਗਿਆ। ਮੈਂ ਕਿਹਾ ਕਿਸਾਨ ਸ਼ਾਇਦ ਇੱਧਰ ਵੀ ਆ ਰਹੇ ਆ। ਹਾਂ, ਚਲੋ ਫਿਰ ਅਸੀਂ ਹੈ ਤਾਂ ਫਿਰ ਆਪਾਂ ਚਲੋ ਉਹਨਾਂ ਦੇ ਵਿੱਚੋਂ ਹੀ ਆ ਜੀ, ਹੈ ਨਾ। ਉੱਥੋਂ ਹੀ ਸਾਰਾ ਪ੍ਰੇਰਨਾ ਤਾਂ ਉੱਥੋਂ ਹੀ ਮਿਲਦੀ ਆ ਆਪਾਂ ਨੂੰ। ਨਹੀਂ ਆਏ ਕਿਤੇ ਬਾਹਰ ਸੜਕ ਦੇ ਉੱਤੇ ਰਹਿਣਾ ਸੌਣਾ ਬਹੁਤ ਔਖਾ, ਪਰ ਕੁਛ ਰਾਤਾਂ ਅਸੀਂ ਵੀ 20-25 ਲਾਈਆਂ ਨੇ ਉੱਥੇ, ਤੇ ਉੱਥੋਂ ਪ੍ਰੇਰਨਾ ਮਿਲੀ ਆ। ਪਰ ਇਹ ਤੁਸੀਂ ਇਹ ਦੇਖੋ ਵੀ ਮੈਂ ਯੂਨੀਵਰਸਿਟੀ ਪੋਲਿਟਿਕਸ ਦੇ ਵਿੱਚ ਬਹੁਤ ਚਿਰ ਤੋਂ ਇਨਵੋਲਵ ਰਿਹਾ। ਇਸੇ ਹੀ VC ਦਫ਼ਤਰ ਦੇ ਅੱਗੇ ਅਸੀਂ ਯੂਨੀਵਰਸਿਟੀ ਦੀਆਂ ਨਿੱਕੀਆਂ ਵੱਡੀਆਂ ਮੰਗਾਂ ਨੂੰ ਲੈ ਕੇ ਬੈਠਦੇ ਰਹੇ ਹਾਂ, ਧਰਨੇ ਲਾਉਂਦੇ ਰਹੇ ਹਾਂ। ਬੜੇ ਵਾਈਸ ਚਾਂਸਲਰ ਆਏ ਨੇ, ਉਹਨਾਂ ਨਾਲ ਕੰਮ ਵੀ ਕੀਤਾ। ਪਰ ਇਹ ਹੁੰਦਾ ਸੀ ਵੀ ਜਦੋਂ ਅਸੀਂ ਬੈਠ ਜਾਂਦੇ ਸੀ, ਅਸੀਂ ਗੇਟ ਬੰਦ ਕਰ ਦਿੰਦੇ ਸੀ। ਤਾਂ ਮਤਲਬ ਇੰਨਾ ਲੰਬਾ ਕਦੇ ਹੋਇਆ ਨਹੀਂ, ਜ਼ਿਆਦਾ ਤੋਂ ਜ਼ਿਆਦਾ 2-4 ਘੰਟੇ ਦੇ ਵਿੱਚ ਵਾਈਸ ਚਾਂਸਲਰ ਖੁਦ ਆ ਜਾਂਦੇ ਸੀ, ਜਾਂ ਉਹਨਾਂ ਦਾ ਕੋਈ ਜਿਹੜਾ ਜ਼ਿੰਮੇਵਾਰ ਨੁਮਾਇੰਦਾ ਆ ਜਾਂਦਾ ਸੀ। ਅਸੀਂ ਆਪਣੀ ਮੰਗ ਉਹਨਾਂ ਨੂੰ ਦੱਸ ਦਿੰਦੇ ਸੀ, ਉਹ ਸਾਨੂੰ ਇੱਕ ਟਾਈਮ ਦੇ ਦਿੰਦੇ ਸੀ ਵੀ ਇੰਨੇ ਟਾਈਮ 'ਚ ਤੁਹਾਡੀ ਮੰਗ ਇਹ ਸੋਲਵ ਹੋ ਜਾਣੀ ਆ। ਤੇ ਇਹ ਚੀਜ਼ ਆਮ ਹੀ ਹੁੰਦੀ ਰਹੀ ਆ, ਇਕੱਲੇ ਮੇਰੇ ਨਾਲ ਨਹੀਂ, ਜਿੰਨੇ ਪਿਛਲੇ ਸਾਲਾਂ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਰਾਜਨੀਤੀ 'ਚ ਬੰਦੇ ਐਕਟਿਵ ਰਹੇ ਨੇ। ਪਰ ਇਹ ਕਦੇ ਨਹੀਂ ਹੋਇਆ ਕਿ ਗੇਟ ਹੀ ਬੰਦ ਕਰ ਦਿੱਤਾ ਜਾਵੇ, ਐਡੇ ਬੈਰੀਕੇਡ ਲਾ ਕੇ ਰਸਤੇ ਹੀ ਬਦਲੇ ਜਾਣ। ਹੁਣ ਇੱਥੋਂ ਦੀ ਮੈਨੂੰ 8 ਦਿਨ ਹੋ ਗਏ ਆ, ਮੈਂ ਤਾਂ ਇਹ ਗੇਟ ਕਦੇ ਖੁੱਲ੍ਹਾ ਨਹੀਂ ਦੇਖਿਆ। ਜੇ ਇੱਥੋਂ ਦੀ ਨਹੀਂ ਆਉਂਦੇ ਵਾਈਸ ਚਾਂਸਲਰ ਸਾਹਿਬ, ਤਾਂ ਕਿਤੋਂ ਦੀ ਹੋਰ ਆਉਂਦੇ ਹੋਣਗੇ, ਕੋਈ ਗੁਪਤ ਰਸਤੇ ਕੱਢੇ ਹੋਣਗੇ ਇਹਨਾਂ ਨੇ, ਜਾਂ ਕੋਈ ਪਿੱਛੇ ਦੀ ਰਸਤਾ ਕੱਢਿਆ ਹੋਣਾ। ਤਾਂ ਇਹ ਜਿਹੜੀ ਸੋਚ ਆ ਨਾ, ਜਿਵੇਂ ਇਹੀ ਸੋਚ ਉੱਥੇ ਦਿੱਲੀ ਕੰਮ ਕਰ ਰਹੀ ਆ ਵੀ ਲੋਕਾਂ ਨੂੰ ਬੈਠੇ ਰਹਿਣ ਦਿਓ, ਥਕਾ ਦਿਓ, ਰਿਸਪੌਂਡ ਹੀ ਨਾ ਕਰੋ।
ਵੀ ਕੋਈ ਜਵਾਬ ਇਹੀ ਸੋਚ ਲੈ ਕੇ ਸਾਡੇ ਨਾਲ ਸੋਚ ਉਹੀ ਹੈ ਨਾ, ਉਹਨਾਂ ਦੇ ਬੰਦੇ ਨੇ, ਉਹਨਾਂ ਦੇ ਪਿਆਦੇ ਨੇ, ਇੱਥੇ ਵੀ ਇਹੀ ਸੋਚ ਆ ਵੀ ਬੈਠੇ ਰਹਿਣ ਦਿਓ। ਤੇ ਵੈਸੇ ਇੱਕ ਗੱਲ ਹੈ ਵੀ ਇਨਸਾਨੀਅਤ ਦੇ ਤੌਰ ਤੇ ਤੁਸੀਂ ਚਲੋ ਆਏ ਹੋ, ਤੁਸੀਂ ਉਹਨਾਂ ਨੂੰ ਸਵਾਲ ਵੀ ਜ਼ਰੂਰ ਕਰਿਓ ਵੀ ਇੰਨਾ ਮੀਂਹ ਪੈ ਰਿਹਾ ਸੀਗਾ, ਵਿਦਿਆਰਥੀ ਵੀ ਬੈਠੇ ਸੀਗੇ, ਤੇ ਤੁਸੀਂ ਜਿਵੇਂ ਇਹ ਜਿਹੜੇ ਸੀਨੀਅਰ ਰਿਸਪੈਕਟਡ ਸਾਡੇ ਲਾਭ ਸਿੰਘ ਖੀਵਾ ਜੀ ਪ੍ਰੋਫੈਸਰ ਨੇ, ਇਹ ਵੀ ਆਏ ਨੇ ਵੀ ਇਹ ਪਰਦੇ ਮੀਂਹ ਦੇ ਵਿੱਚ ਬੈਠੇ ਨੇ, ਇਨਸਾਨੀਅਤ ਨਾਤੇ ਤੁਸੀਂ ਉਹਨਾਂ ਨੂੰ ਪੁੱਛੋ ਤਾਂ ਸਹੀ ਜਾ ਕੇ ਕਿਉਂ ਬੈਠੇ ਹੋ, ਪੁੱਛਣਾ ਤਾਂ ਬਣਦਾ ਨਾ। ਹਾਂ, ਇਹੀ ਸੋਚ ਇਹਨਾਂ ਦੀ ਉੱਥੇ ਕੰਮ ਕਰਦੀ ਹੈ, ਇਹੀ ਇੱਥੇ ਕਰ ਰਹੀ ਹੈ ਵੀ ਲੋਕਾਂ ਨੂੰ ਬੈਠੇ ਰਹਿਣ ਦਿਓ, ਥਕਾ ਦਿਓ ਲੋਕਾਂ ਨੂੰ ਬਿਠਾ ਕੇ। ਤੇ ਸੈਨੇਟ ਦੇ ਮੇਰੇ ਖਿਆਲ ਮੈਂਬਰ ਤੇ ਮੁੱਖ ਮੰਤਰੀ ਵੀ ਹੁੰਦੇ ਜੀ, ਨੋਮੀਨੇਟਡ ਮੈਂਬਰ। ਤੇ ਉਹ ਕਦੇ ਫਿਰ ਉਹਨਾਂ ਨੇ ਕੀ ਕਿਹਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ? ਕੁਛ ਨਹੀਂ ਕਿਹਾ ਜੀ, ਉਹਨਾਂ ਨੂੰ ਪੁੱਛੋ ਤੁਸੀਂ ਜਾ ਕੇ, ਉਹਨਾਂ ਨੇ ਹਾਲੇ ਤੱਕ ਤਾਂ ਕੁਛ ਨਹੀਂ ਕਿਹਾ ਇਹਦੇ ਬਾਰੇ। ਵੈਸੇ ਜਿਹੜੇ ਕੁਛ ਸੀਨੀਅਰ ਤੁਹਾਡੇ ਕੋਲ ਆਏ ਵੈਸੇ ਉਹ? ਨਹੀਂ ਜੀ ਨਹੀਂ, ਮੇਰੇ ਕੋਲੇ ਇੱਥੇ ਯੂਨੀਵਰਸਿਟੀ ਦੇ ਵਿੱਚ ਸਾਡੀ ਪਾਰਟੀ ਦੇ ਪ੍ਰਧਾਨ ਰਹੇ ਨੇ ਤੇ ਕਾਰਜਕਾਰੀ ਪ੍ਰਧਾਨ ਨੇ ਪੰਜਾਬ ਕਾਂਗਰਸ ਦੇ ਕੁਲਜੀਤ ਨਾਗਰਾ ਜੀ, ਉਹ ਆਏ ਨੇ, ਉਹਨਾਂ ਵੱਲੋਂ ਸਮਰਥਨ ਹੈ। ਦਲਵੀਰ ਗੋਲਡੀ ਜੀ ਨੇ MLA ਧੂਰੀ ਤੋਂ ਨੇ। ਉਹ ਪਰ ਹੁਣ ਦੂਆ ਧੜਾ ਹੈ ਨਹੀਂ, ਉਹ ਚਲੋ ਆਪਾਂ ਕੈਪਟਨ ਸਾਹਿਬ ਵੱਲੋਂ ਆਏ ਜਾਂ ਉਹ ਆਪਣੇ ਵੱਲੋਂ ਆਏ? ਨਹੀਂ, ਉਹ ਆਪਣੇ ਵੱਲੋਂ ਹੀ ਆਏ, ਉਹ ਯੂਨੀਵਰਸਿਟੀ ਨਾਲ ਮੋਹ ਪਿਆਰ ਕਰਕੇ ਆਏ। ਉਹ ਆਪਾਂ ਇਹ ਨਹੀਂ ਕਹਿ ਸਕਦੇ। ਚਲੋ ਜਿਵੇਂ ਮੈਂ ਤੁਹਾਨੂੰ ਦੱਸਿਆ ਗੋਲਡੀ ਬਾਈ ਆਏ, ਗੋਲਡੀ ਬਾਈ ਨੇ ਵੀ ਇੱਥੇ ਆ ਕੇ ਇਹੀ ਗੱਲ ਬੋਲੀ ਕਿ ਜੋ ਮੈਂ ਕਾਂਗਰਸੀ ਆ ਜਾਂ ਜਿਹੜਾ ਵੀ ਧੜਾ ਜਾਂ ਜੋ ਵੀ ਹੈਗੀ ਗੱਲਬਾਤ, ਉਹ ਮੈਂ ਗੇਟ ਤੋਂ ਬਾਹਰ ਆ। ਯੂਨੀਵਰਸਿਟੀ ਦੇ ਵਿੱਚ ਆ ਕੇ ਮੈਂ ਯੂਨੀਵਰਸਿਟੀ ਦਾ ਇੱਕ ਵਿਦਿਆਰਥੀ ਹਾਂ, ਯੂਨੀਵਰਸਿਟੀ ਨਾਲ ਸਾਡਾ ਨਿੱਜੀ ਮੋਹ ਆ, ਤਾਂ ਕਰਕੇ ਉਹ ਸਾਰੇ ਆਏ ਨੇ। ਇਹੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਹੋਰ ਜਿਹੜੇ ਯੂਨੀਵਰਸਿਟੀ ਨਾਲ ਜੁੜੇ ਹੋਏ। ਪਰ ਬਹੁਤ ਸਾਰੇ ਲੋਕ ਤਾਂ ਬਾਈ ਜੀ ਇਹ ਕਹਿੰਦੇ ਨੇ ਵੀ ਜਿਹੜੇ ਆ ਰਹੇ ਨੇ ਉਹ ਇਹ ਮਸਲਾ ਚੱਲ ਰਿਹਾ ਹੈ ਸਰਕਾਰ ਦੇ ਖਿਲਾਫ, ਕੇਂਦਰ ਦੇ ਨਾਲ, ਇੱਕ ਕਹਿ ਲਈਏ ਵੀ ਸੰਘ ਦੇ ਜਿਹੜੀ ਗੱਲ ਕਰਦੇ ਹੋ ਤੁਸੀਂ, ਵੀ ਇਸ ਕਰਕੇ ਸਿਰਫ ਉਹੀ ਬੰਦੇ ਆ ਰਹੇ ਨੇ ਜਿਨ੍ਹਾਂ ਨੇ ਇਹਦੇ ਚੋਂ ਲਾਹਾ ਲੈਣਾ। ਵੀ ਮੋਹ ਵਾਲੀ ਗੱਲ ਜੇ ਹੁੰਦੀ ਤਾਂ ਫਿਰ ਜਿਹੜੇ ਸਰਕਾਰ ਦੇ ਨਾਲ ਚੱਲਦੇ ਨੇ ਜਾਂ ਫਿਰ ਉਹ ਵੀ ਇਹ ਲੋਕ ਇੱਥੇ ਹੁੰਦੇ। ਜੇ ਮੋਹ ਵਾਲੀ ਤਾਂ ਮੋਹ ਦੇ ਵਿੱਚ ਮੋਹ ਨਾਲ ਤਾਂ ਸਰਕਾਰ ਦੇ ਬੰਦੇ ਨੇ ਜਿਹੜੇ ਉਹ ਵੀ ਇਸ ਯੂਨੀਵਰਸਿਟੀ ਤੋਂ ਪੜ੍ਹੇ ਨੇ, ਉਹ ਨਹੀਂ ਬੜੇ ਇਹੋ ਜਿਹੇ ਬੰਦੇ ਵੀ ਨੇ ਵੀਰੇ ਜਿਹੜੇ ਵਿਰੋਧੀ ਧਿਰਾਂ ਦੇ ਵਿੱਚ ਬੈਠੇ ਨੇ, ਜਿਨ੍ਹਾਂ ਨੂੰ ਇਹ ਮੁੱਦਾ ਚੱਕ ਕੇ ਲਾਹਾ ਮਿਲ ਸਕਦਾ, ਪਰ ਉਹ ਨਹੀਂ ਆਏ ਨਾ। ਬੜੇ ਇਹੋ ਜਿਹੇ ਵੀ ਤਾਂ ਹੈਗੇ ਨੇ। ਤਾਂ ਮੇਰੇ ਹਿਸਾਬ ਨਾਲ ਤਾਂ ਉਹੀ ਆਏ ਨੇ ਜਿਹੜੇ ਯੂਨੀਵਰਸਿਟੀ ਨਾਲ ਮਤਲਬ ਜਿਨ੍ਹਾਂ ਦਾ ਹੈਗਾ ਮੋਹ ਪਿਆਰ, ਦਿਲੋਂ ਜੁੜੇ ਨੇ। ਤਾਂ ਇਹ ਗੱਲ ਨਹੀਂ ਹੈਗੀ। ਬਾਕੀ ਜਿਹੜੇ ਤੁਸੀਂ ਕਹਿੰਦੇ ਹੋ ਵੀ ਇਹਨਾਂ ਦੇ ਵਿੱਚ ਬੈਠੇ ਨੇ, ਸਰਕਾਰ ਦੇ ਵਿੱਚ ਬੈਠੇ ਨੇ, ਤਾਂ ਹਾਲੇ ਤੱਕ ਜਿਹੜਾ ਇਹਨਾਂ ਦਾ ਤਾਣਾ ਬਾਣਾ ABVP ਦਾ, BJP ਦਾ, ਉਹ ਇੱਥੇ ਹਾਲੇ ਤੱਕ ਵਿਸ਼ਾ ਨਹੀਂ ਹੈਗਾ। ਹਾਲੇ ਤੱਕ ਇਹਨਾਂ ਦਾ ਇੱਥੇ ਕੁਝ ਨਹੀਂ ਹੈਗਾ। ਹੁਣ ਇਹ ਹੌਲੀ ਹੌਲੀ ਗੋਟੀਆਂ ਫਿੱਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਤਾਂ ਇਹਨਾਂ ਕੋਲੇ ਹਾਲੇ ਇਹੋ ਜਿਹੇ ਕੋਈ ਪ੍ਰਭਾਵੀ ਬੰਦੇ ਨਹੀਂ ਹੈਗੇ ਯੂਨੀਵਰਸਿਟੀ ਦੇ ਵਿੱਚ। ਇਹੀ ਤਾਂ ਸਾਰਾ ਚੱਕਰ ਹੈ ਨਾ। ਇਸੇ ਕਰਕੇ ਤਾਂ ਸੈਨੇਟ ਜੇ ਇਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਸਾਡੀ ਇੰਨੀ ਤਾਕਤ ਹੈ ਕਿ ਅਸੀਂ ਵੋਟਾਂ ਪਵਾ ਕੇ ਆਪਣੇ ਬੰਦੇ ਜਿਤਾ ਲਾਂਗੇ, ਤਾਂ ਫਿਰ ਇਹ ਚੋਣ ਕਿਉਂ ਰੋਕਦੇ? ਫਿਰ ਤਾਂ ਇਹ ਵੋਟਾਂ ਪਵਾ ਕੇ ਆਪਣੇ ਬੰਦੇ ਜਿਤਾ ਸਕਦੇ ਸੀ ਨਾ। ਹੁਣ ਪੰਜਾਬ ਦੇ ਵਿੱਚ, ਹੋਰ ਬਾਕੀ ਹਰਿਆਣੇ ਦੇ ਵਿੱਚ, ਹੋਰ ਸਟੇਟਾਂ ਦੇ ਵਿੱਚ ਜਿਹੜਾ ਐਂਟੀ BJP ਮਾਹੌਲ ਹੈ, ਇਹ ਉਸੇ ਤੋਂ ਡਰਦੇ ਨੇ। ਇਹਨਾਂ ਨੂੰ ਪਤਾ ਕਿ ਵੋਟਾਂ ਜਿੱਤਣਾ ਤਾਂ ਦੂਰ ਦੀ ਗੱਲ ਆ, ਸਾਡੇ ਬੰਦਿਆਂ ਨੂੰ ਕਿਸੇ ਨੇ ਪੋਲਿੰਗ ਬੂਥਾਂ 'ਤੇ ਵੀ ਨਹੀਂ ਬਹਿਣ ਦੇਣਾ। ਇਹ ਚੀਜ਼ ਇਹਨਾਂ ਨੂੰ ਕਲੀਅਰ ਆ। ਇਸੇ ਕਰਕੇ ਇਹ ਸਾਰੀ ਚੀਜ਼ ਹੋ ਰਹੀ ਆ। ਤੇ ਜੇ ਇਹਨਾਂ ਨੂੰ ਲੱਗਦਾ ਹੁੰਦਾ ਨਾ ਵੀ ਅਸੀਂ ਜਿੱਤ ਰਹੇ ਹਾਂ ਤਾਂ ਫਿਰ ਚੋਣਾਂ ਕਰਾ ਕੇ ਦੇਖ ਲੈਣ। ਤਾਂ ਇਹਨਾਂ ਨੂੰ ਪਤਾ ਹੈ ਵੀ ਚੋਣਾਂ ਰਾਹੀਂ ਨਹੀਂ ਜਿੱਤ ਸਕਦੇ, ਤਾਂ ਫਿਰ ਇਹਨਾਂ ਨੂੰ ਇਹ ਕਲੀਅਰ ਹੈ ਵੀ ਚੋਣਾਂ ਨਾ ਹੋਣ ਦਿੱਤੀਆਂ ਜਾਣ ਤੇ ਕਿਸੇ ਨਾ ਕਿਸੇ ਤਰੀਕੇ ਕੁਰਸੀ ਤੇ ਬਿਠਾਇਆ ਜਾਵੇ ਆਪਣੇ ਬੰਦਿਆਂ ਨੂੰ। ਤੇ ਚੋਣਾਂ ਤੋਂ ਬਿਨਾਂ ਆਪਣੇ ਬੰਦਿਆਂ ਨੂੰ ਕੁਰਸੀ ਤੇ ਬਿਠਾਉਣ ਦਾ ਇੱਕੋ ਹੀ ਤਰੀਕਾ ਹੁੰਦਾ ਵੀ ਵੋਟਾਂ ਨਾ ਪੈਣ ਤੇ ਸਿੱਧੇ ਬੰਦੇ ਆਪਣੇ ਨੋਮੀਨੇਟ ਕਰ ਦਿੱਤੇ ਜਾਣ, ਥਾਪ ਦਿੱਤੇ ਜਾਣ, ਜਾਂ ਫਿਰ ਆਪਾਂ ਕਹਿ ਲਈਏ ਥੋਪ ਦਿੱਤੇ ਜਾਣ। ਤੇ ਉਹ ਅਸੀਂ ਨਹੀਂ ਹੋਣ ਦੇਣਾ। ਚੋਣਾਂ ਹੋਣਗੀਆਂ, ਸਾਡੀ ਇਹੀ ਡਿਮਾਂਡ ਹੈ। ਤੇ ਬਹੁਤ ਸਾਰੇ ਜਿਹੜੇ ਹੈਗੇ ਨੇ ਇਹ ਕਹਿ ਰਹੇ ਨੇ ਵੀ ਬਹੁਤ, ਜਿਵੇਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਤੁਸੀਂ ਵੀ ਗੱਲ ਕੀਤੀ ਹੈ ਵੀ ਉਹ ਮੈਂਬਰ ਵੀ ਆਏ ਨਹੀਂ। ਫਿਰ ਬਹੁਤ ਲੋਕ ਇਹ ਵੀ ਕਹਿੰਦੇ ਨੇ ਵੀ ਜਦੋਂ ਆਪਣੇ ਹੀ ਲਾਪਰਵਾਹ ਹੋਏ ਪਏ ਨੇ, ਆਪਣੇ ਹੀ ਨਹੀਂ ਪੁੱਛਦੇ, ਫਿਰ ਠੀਕ ਹੈ ਸੈਂਟਰ ਨੂੰ ਜਾਣ ਦਿਓ। ਤਾਂ ਕਿਹੜਾ ਬਹੁਤ ਵਧੀਆ ਕਹਿੰਦੇ ਹਾਲਾਤ ਇੱਥੇ ਦੇ ਪੰਜਾਬ ਯੂਨੀਵਰਸਿਟੀ ਦੇ ਕੋਈ ਖਾਸੇ ਵਧੀਆ ਨਹੀਂ ਦੱਸੇ ਜਾਂਦੇ ਬਾਈ ਜੀ? ਨਹੀਂ ਵੀਰੇ, ਕਾਫੀ ਮਤਲਬ ਇਹ ਨਹੀਂ ਨਾ ਹੈ ਤੁਸੀਂ ਕਹਿੰਦੇ ਹੋ ਵੀ ਲੋਕ ਕਹਿ ਦਿੰਦੇ ਨੇ। ਬਹੁਤ ਵੱਡੀ ਸਪੋਰਟ ਮਿਲੀ ਹੈ ਸਾਨੂੰ। ਸਾਡੀ ਆਵਾਜ਼, ਮੈਂ ਤਾਂ ਇਹ ਮੰਨਦਾ ਕਿ ਬਹੁਤ ਵੱਡੇ ਪੱਧਰ ਤੇ ਆਵਾਜ਼ ਬੁਲੰਦ ਹੋਈ ਆ। ਬਾਕੀ ਹੋਰ ਵੀ ਚਲੋ ਅੱਗੇ ਜਿਹੜੇ ਨਹੀਂ ਵੀ ਆਏ ਉਹਨਾਂ ਨੂੰ ਵੀ ਅਪੀਲ ਆ, ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖਿਓ, ਇਸ ਗੱਲ ਦਾ ਅਸਰ ਤੁਹਾਨੂੰ ਦੇਖਣ ਨੂੰ ਮਿਲੂਗਾ। ਚੋਣਾਂ ਦੀ ਤਰੀਕ ਅਸੀਂ ਆਉਣ ਵਾਲੇ ਹਫ਼ਤੇ ਦੇ ਵਿੱਚ ਹੀ ਮੈਨੂੰ ਲੱਗਦਾ ਵੀ ਅਸੀਂ ਲੈ ਕੇ ਉੱਠਾਂਗੇ। ਤੇ ਇਹ ਹੋ ਨਹੀਂ ਸਕਦਾ ਵੀ ਯੂਨੀਵਰਸਿਟੀ ਸੈਨੇਟ ਦੀਆਂ ਚੋਣਾਂ ਨਾ ਹੋਣ। ਇਹ ਸਾਡੇ ਸੰਘਰਸ਼ ਦਾ ਨਤੀਜਾ, ਜਿਹੜਾ ਤੁਸੀਂ ਦੁਬਾਰਾ ਆਏ ਹੋ, ਜਦੋਂ ਆਪਾਂ ਨੂੰ ਨਤੀਜਾ ਮਿਲੂਗਾ ਦੁਬਾਰਾ ਜ਼ਰੂਰ ਕਵਰ ਕਰਨ ਲਈ ਆਇਓ। ਇਹ ਤੁਹਾਨੂੰ ਇੱਥੇ ਹੀ ਦੇਖਣ ਲਈ ਮਿਲਣਾ। ਜੀ ਸਰ, ਤੁਸੀਂ ਅੱਜ ਇਹਨਾਂ ਦੇ ਸਮਰਥਨ ਦੇ ਵਿੱਚ ਆਏ ਹੋ, ਕੀ ਕਹਿੰਦੇ ਹੋ ਜੀ? ਮੈਂ ਤਾਂ ਇਹੀ ਕਹਿਣਾ ਕਿ ਮੈਂ ਵੀ ਇੱਥੋਂ ਦਾ ਸਾਬਕਾ ਵਿਦਿਆਰਥੀ ਰਿਹਾ ਜੀ। ਇੱਥੇ ਚੰਡੀਗੜ੍ਹ 'ਚ ਹੀ ਮੈਂ 30-35 ਸਾਲ ਪੜ੍ਹਾਉਂਦਾ ਰਿਹਾ ਜੀ। ਵਿਦਿਆਰਥੀ ਯੂਨੀਅਨ 'ਚ ਵੀ ਕੰਮ ਕਰਦਾ ਰਿਹਾ। ਤਾਂ ਜਿਹੜਾ ਇਹਨਾਂ ਦਾ ਇਸ ਤਰ੍ਹਾਂ ਦਾ ਇਹ ਧਰਨਾ ਹੈ, ਇਹਨਾਂ ਦਾ ਹੀ ਜ਼ਰੂਰਤ ਹੈਗੀ ਹੈ ਇਹਨਾਂ ਦੀ ਕਿ ਇਹਨਾਂ ਨੇ ਅਜਿਹੇ ਮੌਸਮ ਦੇ ਵਿੱਚ ਇੱਥੇ ਧਰਨਾ ਮਾਰਿਆ। ਕਿੰਨੇ ਸਾਰੇ ਹੋਰ ਕੈਂਡੀਡੇਟ ਵੀ ਕਿੰਨੇ ਸਾਰੇ ਖੜ੍ਹੇ ਸੀ, ਪਰ ਇਹ ਬਿੱਲੇ ਨੇ ਹੀ ਇਸ ਤਰ੍ਹਾਂ ਦੀ ਜਿਹੜੀ ਪਹਿਲ ਕਦਮੀ ਕੀਤੀ ਹੈ। ਤਾਂ ਇਹਦੇ ਨਾਲ ਜਿਹੜੇ, ਚਾਹੇ ਮੈਂ ਇੱਥੇ ਬੈਠਾ, ਚਾਹੇ ਕੋਈ ਅਖਬਾਰ ਪੜ੍ਹ ਕੇ ਇਹਨਾਂ ਦੀ ਸਰਗਰਮੀਆਂ ਸੁਣਦਾ ਹੈ, ਅੰਦਰੋਂ ਹਮਦਰਦੀ ਜਿਹੜੀ ਹੈਗੀ ਹੈ ਉਹ ਇਸ ਧਰਨੇ ਦੇ ਨਾਲ ਬਣਦੀ ਹੈਗੀ ਹੈ। ਵੈਸੇ ਵੀ ਬਿੱਲਾ ਮੇਰੇ ਜ਼ਿਲ੍ਹੇ ਦਾ ਹੈਗਾ
ਤੇ ਕਹਿ ਦਿੱਤੇ ਜਾਂਦੇ ਕਿ ਉਹਨਾਂ ਨੇ ਕਹਿਣਾ ਸਰ ਵੀ ਸਰਦਾਰ ਲਾਭ ਸਿੰਘ ਖੀਵਾ ਸਾਹਿਬ ਜੀ ਬਿੱਲੇ ਦੀ ਪ੍ਰਮੋਸ਼ਨ ਲਈ ਆਏ ਹੋਏ ਨੇ। ਬਿਲਕੁਲ ਹੋਣੀ ਪ੍ਰਮੋਸ਼ਨ ਬਿਲਕੁਲ ਹੋਣੀ ਚਾਹੀਦੀ ਹੈ, ਕਿਉਂ ਨਹੀਂ ਗੀ? ਜੇ ਯੰਗ ਮੁੰਡਾ ਹੈ ਤੇ ਯੰਗ ਮੁੰਡੇ ਨੂੰ ਜਿਹੜਾ ਹੈਗਾ ਪ੍ਰਮੋਟ ਕਰਨਾ ਵੀ ਚਾਹੀਦਾ ਹੈ। ਤੇ ਕਿਹਾ ਜਾਂਦਾ ਕਿ ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸ਼ੌਂਕੀ, ਕੱਲੇ ਸ਼ੌਂਕੀ ਨਹੀਂ ਚਲਾਉਣ ਵੀ ਜਾਣਦੇ ਆ, ਤੇ ਅੱਜ ਇਹਨਾਂ ਚਲਾ ਕੇ ਵੀ ਦਿਖਾਤੀ ਹੈਗੀ ਆ। ਮੇਰਾ ਹੋਰ ਵਿਦਿਆਰਥੀ ਬੈਠਾ ਜਵੰਦਾ ਬੈਠਾ ਹੈ ਮਨਦੀਪ। ਸੋ ਇਸ ਕਰਕੇ ਮੈਨੂੰ ਇਹਨਾਂ ਦੇ ਨਾਲ ਹਮਦਰਦੀ ਵੀ ਇਹ ਸੀ। ਇਹਨਾਂ ਦੇ ਬੋਲਾਂ ਨੂੰ ਕਹਿ ਰਹੇ ਆ ਤੁਸੀਂ ਵੀ ਚਲਾ ਕੇ ਦਿਖਾਤੀ ਰਫਲ ਜਿਹੜੀ ਇਹਨਾਂ ਨੇ, ਜਾਂ ਇਹ ਜੋ ਇਹਨਾਂ ਦਾ ਧਰਨੇ ਦੀ ਕਿਉਂਕਿ ਕੱਲ੍ਹ ਨੂੰ ਸਰਕਾਰਾਂ ਨੇ ਇਹਨਾਂ ਨੂੰ ਚੱਕ ਲੈਣਾ ਵੀ ਉਹ ਦੇਖੋ ਜੀ ਲਾਭ ਸਿੰਘ ਨੇ ਕਹਿਦਾ ਰਫਲ ਚਲਾਈ ਸੀ, ਰਫਲ ਦੇ ਚੱਕਰ 'ਚ ਚੱਕ ਨਹੀਂ ਤਾਂ ਧਰਨੇ ਦੀ ਗੱਲ ਹੈਗੀ ਹੈ। ਉਂਝ ਜੇ ਸਰਕਾਰ ਨੇ ਬੀਜੇਪੀ ਸਰਕਾਰ ਨੇ ਕਹਿਣਾ ਵੀ ਦੇਸ਼ ਧਰੋਹੀ ਦਾ ਲਾਉਣਾ ਹੈ, ਉਹ ਤਾਂ ਵੈਸੇ ਵੀ ਲਾ ਦਿੰਦੇ ਸਾਡੇ ਫਲਾਣੇ ਕੁੱਤੇ ਨੂੰ ਜਿਹੜਾ ਹੈਗਾ ਇਹਨਾਂ ਨੇ ਡੰਡਾ ਮਾਰਿਆ, ਇਸ ਕਰਕੇ ਦੇਸ਼ ਧਰੋਹੀ ਹੈਗਾ। ਇਹ ਸਾਡਾ ਅਰਸ ਦਾ ਕੁੱਤਾ ਹੈਗਾ, ਇਸ ਕਰਕੇ ਇਹ ਬੜਾ ਨੈਸ਼ਨਲ ਕੁੱਤਾ ਸਾਡਾ, ਇਹ ਨੈਸ਼ਨਲ ਡੌਗ ਹੈ, ਇਹਨੂੰ ਇੱਟ ਮਾਰੀ ਹੈ, ਇਸ ਕਰਕੇ ਇਹਨੂੰ ਦੇਸ਼ ਧਰੋਹੀ ਬਣਾ ਦੇਣਾ। ਉਹ ਤਾਂ ਗੱਲ ਜੇ ਹਾਲਾਤ ਚੱਲਦੇ ਦੇਸ਼ ਸਾਨੂੰ ਪਤਾ ਹੀ ਹੈਗਾ। ਪਰ ਇੱਕ ਬੁੱਧੀਜੀਵੀ ਹੋਣ ਦੇ ਨਾਤੇ, ਇੱਕ ਟੀਚਰ ਹੋਣ ਦੇ ਨਾਤੇ, ਇੱਕ ਲੇਖ ਹੋਣ ਦੇ ਨਾਤੇ ਮੈਂ ਇਹ ਗੱਲ ਬੜੀ ਬੁਰੀ ਸਮਝਦਾ ਕਿ ਵਿਦਿਆਰਥੀ ਇੱਥੇ ਬੈਠੇ ਹੁਣ ਮੀਂਹ ਦੇ ਵਿੱਚ, ਤਾਂ ਇਹਨਾਂ ਦੀ ਜਿਹੜੀ ਮੰਗ ਹੈ ਕਿ ਯੂਨੀਵਰਸਿਟੀ ਖੋਲ੍ਹੀ ਜਾਵੇ। ਚੰਡੀਗੜ੍ਹ ਦਾ ਹਰ ਅਦਾਰਾ ਜਿਹੜਾ ਹੈਗਾ ਉਹ ਖੁੱਲ੍ਹਾ ਹੈਗਾ। ਮੈਂ ਕੱਲ੍ਹ ਖਬਰ ਪੜ੍ਹ ਰਿਹਾ ਸੀ ਵੀ ਅੱਜ ਕੀ ਹੋ ਰਿਹਾ, ਅੱਜ ਜਿਹੜਾ ਹੈਗੇ ਚੰਡੀਗੜ੍ਹ ਦੇ ਨਗਰ ਨਿਗਮ ਹੈ ਉਹ ਤੀਆਂ ਮਨਾ ਰਹੀ ਹੈਗੀ ਹੈ। ਉਹ ਤੀਆਂ ਮਨਾ ਰਹੀ ਆ, ਉਹਨਾਂ ਨੂੰ ਕੋਈ ਕਰੋਨਾ ਨਹੀਂ ਕੁਝ ਕਹਿੰਦਾ ਗਾ, ਵਿਦਿਆਰਥੀਆਂ ਨੂੰ ਕਰੋਨਾ ਕੁਝ ਕਹਿੰਦਾ, ਜਿੱਥੇ ਵਿਦਿਆਰਥੀ ਪੜ੍ਹੇ ਲਿਖੇ ਹੈਗੇ ਆ। ਸੋ ਇਸ ਤਰ੍ਹਾਂ ਦੀਆਂ ਬੇਤੁਕੀਆਂ ਦਲੀਲਾਂ ਦੇ ਨਾਲ ਯੂਨੀਵਰਸਿਟੀ ਨੂੰ ਬੰਦ ਕਰਨਾ, ਜਦੋਂ ਕਿ ਪੰਜਾਬ ਦੀ ਹੋਰ ਯੂਨੀਵਰਸਿਟੀਆਂ ਵੀ ਖੁੱਲ੍ਹੀਆਂ ਹੈਗੀਆਂ, ਇਹਦੇ ਮਗਰ ਜਿਹੜੀ ਹੈਗੀ ਹੈ ਇੱਕ ਸਿਆਸੀ ਚਾਲ ਚੱਲੀ ਜਾ ਰਹੀ ਹੈ। ਇਹਦੇ ਨਾਲ ਹੀ ਜਿਹੜੀ ਸੈਨੇਟ ਦੀ ਚੋਣ ਹੈ, ਵਿਸ਼ੇਸ਼ ਕਰਕੇ ਜਿਹੜੀ ਸਾਡੀ ਗ੍ਰੈਜੂਏਟ ਦੀ ਕਮਿਸ਼ਨ ਦੀ ਚੋਣ ਹੈ, ਉਹਨੂੰ ਇਸ ਤਰ੍ਹਾਂ ਦਾ ਜਿਹੜਾ ਸੀ ਪੋਸਟਪੋਨ ਕਰਨਾ ਕਿ ਮੁੰਡੇ ਨੇ ਘੋੜੀ ਵੀ ਬੁੱਕ ਕਰਾ ਲਈ ਹੈ ਅਤੇ ਲਾੜਾ ਬਣਨ ਨੂੰ ਵੀ ਤਿਆਰ ਹੈ, ਸਾਰਾ ਕੁਝ ਤਿਆਰ ਕੀਤੇ ਹੋਈਆਂ, ਅਤੇ ਅਗਲੇ ਦਿਨ ਸੁਨੇਹਾ ਆ ਕੇ ਵੀ ਕੁੜੀ ਵਾਲੇ ਕਹੇ ਨਾ ਜੀ ਹੁਣ ਨਹੀਂ, ਅਜੇ ਨਹੀਂ ਗਏ। ਇਹ ਇੱਕ ਯੂਨੀਵਰਸਿਟੀ ਹੈ, ਇਹਦਾ ਕੋਈ ਲਾਅ ਹੈ, ਇਹਦਾ ਕੋਈ ਪੱਧਰ ਹੈ। ਸਰ ਇੱਕ ਗੱਲ ਹੋਰ ਹੈ ਜੀ, ਮਤਲਬ ਕਿ ਜਦੋਂ ਆਪਾਂ ਕੋਈ ਗੱਲ ਲੜਾਈ ਸੈਂਟਰ ਦੇ ਨਾਲ ਹੁੰਦੀ ਹੈ ਤਾਂ ਜਦੋਂ ਅਸੀਂ ਬੀਜੇਪੀ ਨੂੰ ਵੀ ਸਵਾਲ ਕਰਦੇ, ਉਹਨਾਂ ਨੂੰ ਦੱਸਦੇ ਆ ਵੀ ਤੁਹਾਡੇ ਬਈ ਆਰਐਸਐਸ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਵੀ ਤੁਹਾਡੀ ਆਰਐਸਐਸ ਰੁਕਾਵਟ ਬਣ ਰਹੀ ਹੈ। ਉਹ ਕਹਿੰਦੇ ਜੀ ਇਹ ਤਾਂ ਮਕਸਦੀ ਹੈ ਜੀ, ਜਿਨ੍ਹਾਂ ਨੇ ਪੱਗਾਂ ਬੰਨੀਆਂ ਹੋਈਆਂ ਜੀ, ਜਦੋਂ ਗੱਲ ਸੈਂਟਰ ਦੇ ਨਾਲ ਹੋਵੇ ਵਿੱਚ ਆਰਐਸਐਸ ਨੂੰ ਕਰ ਦਿਓ ਵੀ ਹਾਂਜੀ ਆਰਐਸਐਸ ਕਾਰਨ ਹੋ ਰਿਹਾ ਜੀ ਇਹ। ਨਹੀਂ, ਅਸੀਂ ਆਰਐਸਐਸ ਕਾਰਨ ਨਹੀਂ ਹੋ ਰਿਹਾ ਹੈਗਾ। ਜੇ ਬੀਜੇਪੀ ਵੀ ਨਾ ਹੁੰਦੀ, ਹੋਰ ਗੌਰਮੈਂਟ ਵੀ ਕੋਈ ਹੁੰਦੀ, ਉਹ ਇਸ ਤਰ੍ਹਾਂ ਦੇ ਇਹੋ ਜਿਹੇ ਕੁਚਾਲਾਂ ਚੱਲਦੀ, ਇਹੋ ਜਿਹੇ ਪੰਗੇ ਲੈਂਦੀ ਵਿਦਿਆਰਥੀਆਂ ਨਾਲ, ਤਾਂ ਇਹ ਜਿਵੇਂ ਸੈਂਡ ਨੂੰ ਪੋਸਟਪੋਨ ਪਾਤਾ, ਯੂਨੀਵਰਸਿਟੀ ਨਾ ਖੋਲ੍ਹਣੀ, ਉਹ ਚਾਹੇ ਆਰਐਸ ਨਾ ਹੁੰਦੀ ਦੂਜੀ ਵੀ ਹੁੰਦੀ, ਫਿਰ ਵਿਦਿਆਰਥੀ ਜਿਹੜੇ ਹੈਗੇ ਆ ਉਹਨੂੰ ਰਿਐਕਟ ਕਰਦੇ। ਇਹ ਗੱਲ ਕੋਈ ਨਹੀਂ। ਇਹ ਠੀਕ ਹੈ ਵੀ ਜਦੋਂ ਐਂ ਕਹਿੰਦੇ ਪੱਗਾਂ ਵਾਲੇ ਆ, ਇਹ ਖਾਲਿਸਤਾਨੀ ਹੈ, ਇਹ ਅੱਤਵਾਦੀ ਹੈ, ਇਹ ਨਕਸਲਾਈਟ ਹੈ, ਇਹ ਤਾਂ ਉਹਨਾਂ ਦਾ ਆਪਣਾ ਇੱਕ ਬਰਤਾਂਤ ਸਿਰਜਿਆ ਹੋਇਆ, ਉਹ ਕਿਸਾਨੀ ਤੇ ਫੇਲ ਹੋ ਗਿਆ, ਹੁਣ ਵਿਦਿਆਰਥੀਆਂ ਲਈ ਕਹਿ ਨਹੀਂ ਸਕਦੇਗੇ। ਇਸ ਕਰਕੇ ਇਹ ਗੱਲ ਤਾਂ ਕਿਸੇ ਤਰ੍ਹਾਂ ਦੀ ਨਹੀਂ ਖੜਦੀ। ਇੱਥੇ ਫਿਰ ਪ੍ਰੋਫੈਸਰ ਸਾਹਿਬਾਨਾਂ ਨੂੰ ਸਿੱਧੇ ਤੌਰ 'ਤੇ ਆਉਣਾ ਚਾਹੀਦਾ ਜੀ ਨਾਲ, ਕਿਉਂਕਿ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਉਹ ਕਹਿੰਦੇ ਜੀ ਵੀ ਅਸੀਂ ਸਾਡੀ ਨੌਕਰੀ ਨੂੰ ਖਤਰਾ, ਪਰ ਅਸੀਂ ਇਹ ਦੇਖਦੇ ਹਾਂ ਜੀ ਵੀ ਜਿਹੜੇ ਪ੍ਰੋਫੈਸਰਾਂ ਨੇ ਸਾਨੂੰ ਪੜ੍ਹਾਇਆ ਵੀ ਪੰਜਾਬੀਆਂ ਨੇ ਕਦੇ ਪੈਸੇ ਦੀ ਪਰਵਾਹ ਨਹੀਂ ਕੀਤੀ, ਨੰਗੇ ਧੜ ਲੜੇ ਨੇ, ਨਾ ਕਦੀ ਜਾਨਾਂ ਦੀ ਪਰਵਾਹ ਕੀਤੀ, ਤੇ ਜਿਹੜੇ ਪ੍ਰੋਫੈਸਰ ਨੇ ਪੜ੍ਹਾਇਆ ਉਹੀ ਪ੍ਰੋਫੈਸਰ ਅੱਜ ਸਾਨੂੰ ਕਹਿੰਦੇ ਜੀ ਸਾਡੀ ਤਾਂ ਨੌਕਰੀ ਨੂੰ ਖਤਰਾ ਜੀ। ਵੇਖੋ, ਇਸ ਤਰ੍ਹਾਂ ਦੀ ਸਾਡੇ ਸਮਾਜ ਦੇ ਵਿੱਚ ਤੁਸੀਂ ਹਰ ਟੀਚਰ ਨੂੰ ਇਸ ਤਰ੍ਹਾਂ ਨਹੀਂ ਕਹਿ ਸਕਦੇਗੇ। ਪੰਜਾਬੀ ਵਿਭਾਗ ਦਾ ਜਿਹੜਾ ਸਾਬਕਾ ਚੇਅਰਮੈਨ ਹੈ ਉਹ ਹੁਣ ਵੀ ਜੌਬ ਕਰਦਾ, ਉਹ ਇਸ ਧਰਨੇ 'ਤੇ ਆ ਕੇ ਗਿਆ, ਉਹ ਸਨੇਟਰ ਵੀ ਰਿਹਾ, ਹੋਰ ਟੀਚਰ ਵੀ ਆ ਕੇ ਗਏ। ਇਹਨਾਂ 18 ਨੂੰ ਇਹਨਾਂ ਨੇ 18 ਨੂੰ ਕੀਤਾ ਨਾ, ਤੁਸੀਂ 18 ਨੂੰ ਇੱਕ ਐਡਾ ਵੱਡਾ ਡੈਮੋਨਸਟ੍ਰੇਸ਼ਨ ਕੀਤਾ, ਉਹ ਸਾਰੇ ਟੀਚਰ ਉਹਦੇ ਵਿੱਚ ਹੈ ਸੀ। ਇਹੋ ਜਿਹੀ ਗੱਲ ਨਹੀਂ, ਗੱਲ ਇਹੋ ਜਿਹੀ ਕੋਈ ਨਹੀਂ। ਕੱਲ੍ਹ ਨੂੰ ਜੇ ਇਹਨਾਂ ਨੂੰ ਚੱਕ ਕੇ ਪੁਲਿਸ ਲੈ ਜਾਏਗੀ ਜਾਂ ਇਹਨਾਂ ਨੂੰ ਚੱਕ ਕੇ ਵੀਸੀ ਕਦੋਂ ਵਿੱਚ ਬੈਠੇ ਦਿੰਦਾਗਾ, ਤੁਹਾਡੀ ਸਲਾਹ ਕਿਤੇ ਹੋਸਟਲਾਂ 'ਚ ਮੁੰਡੇ ਬੈਠੇ ਰਹਿਣਗੇ, ਟੀਚਰ ਫਲੈਟਾਂ 'ਚ ਬੈਠੇ ਰਹਿਣਗੇ, ਆਉਣਗੇ ਉੱਠ ਕੇ ਟੀਚਰ। ਇਹੋ ਜਿਹੀ ਗੱਲ ਕੋਈ ਨਹੀਂ ਗੀ। ਸੋ ਇਹਨਾਂ ਦੇ ਇਸ ਕਦਮ ਨੂੰ ਮੈਂ ਤਾਂ ਸਲਾਮ ਕਹਿਣਾ ਕਿ ਇਹਨਾਂ ਨੇ ਇੰਨਾ ਵਧੀਆ ਇਹ ਕਦਮ ਚੁੱਕਿਆ ਹੈਗਾ। ਮੈਨੂੰ ਇਹ ਯੂਨੀਵਰਸਿਟੀ ਨਾਲ ਪਿਆਰ ਹੈ। ਮੇਰੀ ਆਪਣੀ ਇਹ ਜਿਹੜੀ ਯੂਨੀਵਰਸਿਟੀ ਹੈ, ਇੱਥੋਂ ਮੈਂ PhD ਕੀਤੀ, ਇੱਥੇ ਮੈਂ ਕੁਝ ਚਿਰ ਪੜ੍ਹਾਉਂਦਾ ਵੀ ਰਿਹਾ ਅਤੇ ਬਾਕੀ ਇਹਦਾ ਮੈਂਬਰ ਵੀ ਰਿਹਾ ਮੈਂ ਵੱਖ-ਵੱਖ ਬਾਡੀ ਦਾ। ਮੈਨੂੰ ਇਹਦੇ ਨਾਲ ਪਿਆਰ ਹੈਗਾ। ਬਾਕੀ ਜਿਹੜੀ ਕਹਿੰਦੇ ਵੀ ਪੰਜਾਬ ਯੂਨੀਵਰਸਿਟੀ ਐਵੇਂ ਹੋਈ ਵੀ ਹੈ, ਐ ਉਜੜੀ ਪਈ ਹੈ, ਉਹੋ ਜਿਹੀ ਗੱਲ ਕੋਈ ਨਹੀਂ ਗੀ। ਜੇ ਇਹ ਯੂਨੀਵਰਸਿਟੀ ਸੈਂਟਰ ਦੇ ਕੋਲ ਚਲੀ ਜਾਵੇ, ਜਿਹੇ ਜੇ ਇਹਨਾਂ ਦੇ ਇਰਾਦੇ ਹੈ
ਜਿਹੇ ਇਹ ਉਜਾੜਨ ਦੇ ਇਰਾਦੇ ਹੈਗੇ ਜੀ। ਹਾਂ ਬਿਲਕੁਲ ਇਰਾਦੇ ਹੈਗੇ ਆ। ਜੇ ਸੈਂਟ ਦੀ ਚੋਣ ਨਹੀਂ ਹੋਣ ਦੇ ਰਹੇਗੇ ਤੇ ਇਸ ਤੋਂ ਬਾਅਦ ਹੋਰ ਸਬੂਤ ਕੀ ਚਾਹੀਦਾ ਹੈ। ਸੋ ਇਸ ਤਰ੍ਹਾਂ ਜੇ ਇਸ ਤਰ੍ਹਾਂ ਕਰਦੇ ਆ, ਜਿਹੜਾ ਫੀਸ ਸਟਰਕਚਰ ਪੰਜਾਬ ਯੂਨੀਵਰਸਿਟੀ ਦਾ ਬਾਕੀ ਯੂਨੀਵਰਸਿਟੀ ਦਾ ਫੀਸ ਸਟਰਕਚਰ ਦੇਖੋ ਤੁਸੀਂ ਕਿਹੋ ਜਿਹਾ ਹੈਗਾ। ਇਹ ਬਿੱਲਾ ਦੱਸ ਹੀ ਚੁੱਕਿਆ ਗੁਰੂ ਨਾਨਕ ਯੂਨੀਵਰਸਿਟੀ ਦਾ ਵੀ ਉੱਥੋਂ ਕਾਰਾਂ ਦੀ ਨੂੰ ਖੜਾਉਣ ਦੇ ਵੀ ਪੈਸੇ ਲਈ ਜਾ ਰਹੇ ਹੈਗੇ ਆ, ਕਿਉਂਕਿ ਡੈਮੋਕ੍ਰੇਸੀ ਇੱਥੇ ਵਿਦਿਆਰਥੀਆਂ ਚੋਣਾਂ ਹੁੰਦੀਆਂ, ਜਿਹੜੀਆਂ ਟੀਚਰ ਦੀ ਵੀ ਚੋਣ ਹੁੰਦੀ ਹੈਗੀ ਹੈ, ਬਕਾਇਦਾ ਚੋਣ ਹੁੰਦੀ ਹੈ, ਉਹਨਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ, ਦਫ਼ਤਰ ਦਿੱਤਾ ਜਾਂਦਾ ਹੈ ਪੂਟਾ ਨੂੰ ਇੱਥੇ, ਤੇ ਨਾਲ ਹੀ ਸਾਡੀ ਸੈਂਟ ਹੈਗੀ ਹੈ। ਇਹ ਜੇ ਡੈਮੋਕ੍ਰੇਟਿਕ ਇਸ ਦਾ ਖਾਸਾ ਹੈ ਯੂਨੀਵਰਸਿਟੀ ਦਾ, ਉਹ ਖਾਸਾ ਨਹੀਂ ਮਰਨਾ ਚਾਹੀਦਾ। ਇਸ ਕਰਕੇ ਨਹੀਂ ਮਰਨਾ ਚਾਹੀਦਾ ਕਿ ਇੱਥੋਂ ਦੀਆਂ ਜਿਹੜੀਆਂ ਫੀਸਾਂ ਬਾਕੀ ਯੂਨੀਵਰਸਿਟੀ ਦੇ ਮੁਕਾਬਲੇ ਹੋਰ ਤਰ੍ਹਾਂ ਦੀਆਂ ਫੀਸਾਂ ਘੱਟ ਫੀਸਾਂ। ਇੱਕ ਵਾਰੀ ਮੇਰੇ ਯਾਦ ਹੈ ਕਿ ਪੰਜਾਬ ਗੌਰਮੈਂਟ ਨੇ ਕਹਿਤਾ ਵੀ ਅਸੀਂ ਕੋਈ ਤੁਹਾਨੂੰ ਹੁਣ ਕੋਈ ਗ੍ਰਾਂਟ ਨਹੀਂ ਦੇਣਗੇ, ਆਪਣੀਆਂ ਫੀਸਾਂ ਜਿਹੜੀਆਂ ਵਿਦਿਆਰਥੀਆਂ ਉੱਤੋਂ ਆਪਦੇ ਜਿਹੜੇ ਪੈਸੇ ਹੈਗੇ ਵਿਦਿਆਰਥੀਆਂ ਫੀਸਾਂ ਵਧਾ ਕੇ ਉਹ ਤੁਸੀਂ ਪੈਸੇ ਇਕੱਠੇ ਕਰੋ। ਸੈਂਟ ਨੇ ਉਸੇ ਵੇਲੇ ਰੌਲਾ ਪਾਇਆ ਕਿ ਅਸੀਂ ਵਿਦਿਆਰਥੀਆਂ ਉੱਤੇ ਬੋਝ ਨਹੀਂ ਪੈਣ ਦੇਵਾਂਗੇ। ਸੋ ਇਹਦੀਆਂ ਫੀਸਾਂ ਦੇਖ ਲਓ, ਜਿੰਨੇ ਪੰਜਾਬ ਦੇ ਜਿਹੜਾ 1/3 ਹਿੱਸਾ ਜਿਹੜਾ ਪੰਜਾਬ ਦਾ ਸਾਰੇ ਜ਼ਿਲ੍ਹਿਆਂ ਦਾ, ਉਹ ਸਾਰੇ ਜ਼ਿਲ੍ਹੇ ਇਹ ਯੂਨੀਵਰਸਿਟੀ ਦੇ ਨਾਲ ਹੈਗੇ ਆ। ਫਿਰ ਤੁਸੀਂ ਇੰਟਰਨੈਟ 'ਤੇ ਉਂਗਲ ਮਾਰੋ ਤਾਂ ਤੁਹਾਨੂੰ ਲੱਗਦਾ ਕਿ ਪੰਜਾਬ ਦੀ ਇਹ ਯੂਨੀਵਰਸਿਟੀ, ਪੰਜਾਬ ਦੀ ਕਿਹੜੀ ਯੂਨੀਵਰਸਿਟੀ ਜਿਹੜੀ ਹੈਗੀ ਹੈ ਜਿਹੜੀ ਇੰਟਰਨੈਸ਼ਨਲ ਪੱਧਰ 'ਤੇ ਮਾਨਤਾ ਜਿਹਨੂੰ ਮਿਲਦੀ ਹੈਗੀ ਹੈ, ਉਹ ਸਾਰੀ ਇਹ ਪੰਜਾਬ ਯੂਨੀਵਰਸਿਟੀ ਦੀ ਹੈਗੀ ਹੈ। ਬਾਕੀ ਸਾਡੀ ਵਿਰਾਸਤ ਦੀ ਯੂਨੀਵਰਸਿਟੀ ਹੈ, ਸਾਨੂੰ ਉਦੋਂ ਉਜਾੜਿਆ ਗਿਆ, ਲਾਹੌਰ ਦੇ ਵਿੱਚੋਂ ਉਜਾੜਿਆ ਗਿਆ, ਉਦੋਂ ਸਾਡੀ ਵਿਰਾਸਤ ਖੋਈ ਗਈ। ਉਹਦੀ ਵਿਰਾਸਤ ਦੀ ਇੱਕੋ ਇੱਕ ਨਿਸ਼ਾਨੀ ਜਿਹੜੀ ਹੈਗੀ ਹੈ ਸਾਡੀ ਇਹ ਪੰਜਾਬ ਯੂਨੀਵਰਸਿਟੀ ਹੈ। ਇਹਨੂੰ ਫਿਰ ਇਸ ਵਿਰਾਸਤ ਨੂੰ ਸਾਡੋਂ ਖੋਇਆ ਜਾ ਰਿਹਾ ਹੈ। ਜਿਹੜਾ ਤੁਸੀਂ ਇਹ ਗੱਲ ਕਰਦੇ ਹੋ ਕਿ ਟੀਚਰ ਨਹੀਂ ਆਉਂਦੇ, ਹੋਰ ਨਹੀਂ ਆਉਂਦੇਗੇ, ਮਤ ਸਮਝੋ ਕਿ ਪੰਜਾਬ 'ਚ ਰੌਲਾ ਨਹੀਂ ਪਵੇਗਾ ਜੀ, ਮਤ ਸਮਝੋ ਕਿ ਪੰਜਾਬ 'ਚ ਰੌਲਾ ਨਹੀਂ ਪਵੇਗਾ। ਅੱਜ ਜਦੋਂ ਕਿਸਾਨ ਉੱਥੇ ਕਹਿੰਦੇ ਆ, ਕੋਈ ਲੀਡਰ ਆਉਂਦਾ ਉਹਨੂੰ ਘੇਰਦੇ ਆ, ਲਓ ਜੀ ਪੰਜਾਬ 'ਚ ਖਾਨਾ ਜੰਗੀ ਹੋ ਜਾਏਗੀ। ਖਾਨਾ ਜੰਗੀ ਤੁਸੀਂ ਆਪ ਛੇੜ ਦਿਓ। ਜਦੋਂ ਜਿਹੜੇ ਉਹਨਾਂ ਦੇ ਮਸਲੇ ਹੈਗੇ ਆ ਸਮੇਂ ਸਿਰ ਹੱਲ ਨਹੀਂ ਕਰਦੇ, ਇੰਨੇ ਚਿਰ ਦੇ ਵਿਦਿਆਰਥੀ ਬੈਠੇ ਆ, ਮੀਂਹ ਦੇ ਵਿੱਚ ਬੈਠੇ ਹੈਗੇ ਆ, ਇਹਨੂੰ ਕਿਉਂ ਨਹੀਂ ਆ ਕੇ ਸੁਣਦਾ ਗਾ? ਜੇ VC ਹੈ ਉਹ ਵੀ ਸਾਡੇ ਵਰਗਾ ਇਨਸਾਨ ਹੈ। ਮੈਂ ਤਾਂ ਬੜੀ ਵਾਰੀ ਹੁਣ ਕਿੰਨੀ ਵਾਰੀ ਗੱਲਾਂ ਸੁਣ ਚੁੱਕਿਆ। ਇੱਥੇ ਇੱਕ ਰੋਡ ਹੁੰਦੀ ਸੀ, ਉਹ ਰੋਡ ਦੇ ਉੱਤੇ VC ਦਫ਼ਤਰ ਨੂੰ ਜਾਂਦੀ ਸੀ, ਉਹ ਰੋਡ ਦੇ ਉੱਤੇ ਜਾ ਨਹੀਂ ਸਕਦੇਗੇ। ਇਹ ਤੁਸੀਂ ਕਹਿਤਾ ਵੀ ਉਹ ਵਸਤੂ ਸ਼ਾਸਤਰ ਮੁਤਾਬਕ ਨਾ ਹੋਵੇ, ਪਰ ਇਹ ਹੋ ਸਕਦਾ। ਬਠਿੰਡੇ ਇੱਕ ਰੋਡ ਹੁੰਦੀ ਸੀ, ਉਹਨੂੰ ਠੰਡੀ ਸੜਕ ਕਹਿੰਦੇ ਸੀ, ਅੰਗਰੇਜ਼ ਕਹਿੰਦੇ ਸੀ ਇਹਦੇ ਉੱਤੇ ਸੈਰ ਕਰਨ ਜਾਣੀ ਹੈ, ਇਹ ਠੰਡੀ ਸੜਕ ਹੈ, ਹੋਰ ਇੰਡੀਅਨ ਇਸ 'ਤੇ ਨਹੀਂ ਆ ਸਕਦਾ ਗਾ। ਫਿਰ VC ਦਾ ਐਰਿਸਟੋਕ੍ਰੇਸੀ ਹੋ ਗਈ ਇਸ ਤਰ੍ਹਾਂ ਦੀ ਵੀ VC ਉੱਥੇ ਨਹੀਂ ਜਾ ਸਕਦਾ ਗਾ। ਜੇ ਕੱਲ੍ਹ ਨੂੰ ਵਸਤੂ ਸ਼ਾਸਤਰ ਇਹ ਕਹਿ ਦੇ, ਪਹਿਲਾਂ ਵੀ ਗੱਲ ਹੋਈ ਇੱਥੇ, ਵਸਤੂ ਸ਼ਾਸਤਰ ਇਹ ਕਹਿ ਦੇ ਕਿ VC ਦਾ ਜਿਹੜਾ ਹੈ ਦਫ਼ਤਰ ਢਾਹ ਕੇ ਨਵਾਂ ਬਣਾਓ। ਮੋਦੀ ਸਾਹਿਬ ਵੀ ਪਾਰਲੀਮੈਂਟ ਨਵੀਂ ਬਣਾ ਰਹੇ ਆ, VC ਸਾਹਿਬ ਦਾ ਦਫ਼ਤਰ ਨਵਾਂ ਬਣਾਓ, ਕਿਉਂਕਿ ਵਸਤੂ ਸ਼ਾਸਤਰ ਇਹ ਗੱਲ ਕਹਿੰਦਾ, ਫਿਰ ਉਹ ਤੁਸੀਂ ਢਾਹ ਦੋਗੇ। ਸੋ ਜਿਹੜੀ ਲੌਜਿਕ ਦੇ ਨਾਲ ਗੱਲਾਂ ਕਰਕੇ ਤਾਂ ਜੀ ਲੋਕ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਵੀ ਅੰਧ ਵਿਸ਼ਵਾਸ ਨਾ ਚੱਲ ਜੇ ਸਾਡੇ, ਪਰ ਜੇ ਯੂਨੀਵਰਸਿਟੀ ਸਕੂਲਾਂ ਲੈਵਲ 'ਤੇ ਤਾਂ ਅਸੀਂ ਇਹੀਆਂ ਜਿਹੀਆਂ ਗੱਲਾਂ ਦੇਖੀਆਂ ਨਹੀਂ, ਪਰ ਜਦੋਂ ਉੱਪਰ ਆ ਕੇ ਜਿੱਥੇ ਤਾਂ ਐਂਡ ਹੋਣਾ ਜੀ, ਤੇ ਉੱਥੇ ਆ ਕੇ ਫੇਰ ਸਾਨੂੰ ਥੱਲੇ ਡੇਗਿਆ ਜਾਂਦਾ ਬਿਲਕੁਲ ਜੀ। ਜਦੋਂ ਮਨੋਹਰ ਲਾਲ ਜੋਸ਼ੀ ਵਰਗੇ ਇੱਥੇ ਮਿਨਿਸਟਰ ਸੀ, ਉਦੋਂ ਬਕਾਇਦਾ ਸੈਂਟ ਦੇ ਵਿੱਚ ਇਹ ਸਿਲੇਬਸ ਲਿਆਂਦਾ ਗਿਆ ਸੀ ਕਿ ਜੋਤਿਸ਼ ਵਿਗਿਆਨ ਜਿਹੜਾ ਹੈਗਾ ਇਹਨੂੰ ਇਹਦੇ ਕੋਰਸ ਦੇ ਵਿੱਚ ਲਾਓ, ਪਰ ਸਾਰੇ ਸੈਨੇਟਰਾਂ ਨੇ ਮੈਜੋਰਟੀ ਨਹੀਂ, ਸਰਬਸੰਮਤੀ ਨਾਲ ਉਹ ਜਿਹੜਾ ਕੋਰਸ ਸੀ ਉੱਥੇ ਨਹੀਂ ਆਉਣ ਦਿੱਤਾ ਗਾ। ਇਹ ਜਿਹੀ ਗੱਲ ਕੋਈ ਨਹੀਂ ਗੀ। ਮੈਂ ਤਾਂ ਇੱਕ ਗੱਲ ਹੋਰ ਵੀ ਕਹਿਣਾ ਹੈ, ਪਹਿਲਾਂ ਵੀ ਮੈਂ ਗੱਲ ਕਹੀ ਸੀ ਕਿ ਤੁਸੀਂ ਕਹਿੰਦੇ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਫੌਰਨ ਭੱਜ ਰਹੇ ਆ, ਉਹ ਤੁਹਾਡੇ ਅਦਾਰੇ ਤੁਸੀਂ ਬੰਦ ਕਰੀ ਬੈਠੋ, ਉਹਨੂੰ ਲੋਕ ਲਾਈ ਬੈਠੋ, ਹੋਰ ਵਿਦਿਆਰਥੀ ਕਿੱਥੇ ਜਾਣ? ਕਿਤੇ ਤਾਂ ਉਹਨਾਂ ਨੇ ਪੜ੍ਹਨਾ ਹੀ ਹੈ। ਬਾਕੀ ਦੋ ਤੋਂ ਇਹਨਾਂ ਦੀ ਜਿਹੜੀ ਇਹ ਉਮਰ ਹੈ, ਵਿਦਿਆਰਥੀ ਜਿਹੜੀ ਉਮਰ ਹੈ, ਮੈਂ ਵੀ ਵਿਦਿਆਰਥੀ ਰਿਹਾ, ਇਹ ਉਮਰ ਬਹੁਤ ਹੀ ਕੀਮਤੀ ਉਮਰ ਹੈ। ਕੀਮਤੀ ਉਮਰ ਆਪਦੇ ਕੈਰੀਅਰ ਬਣਾਉਣ ਦੀ ਵੀ ਉਮਰ ਹੈਗੀ ਹੈ, ਨਾਲ ਹੱਸਣ ਖੇਡਣ ਦੀ ਉਮਰ ਹੈਗੀ ਹੈ। ਸੋ ਇਸ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਚੋਣਾਂ ਵੀ ਹੋਣ, ਇਸ ਤੋਂ ਬਾਅਦ ਜਦੋਂ ਸਾਡੀ ਸੈਂਟ ਦੀ ਚੋਣ ਹੋ ਜਾਂਦੀ ਹੈ, ਇਸ ਤੋਂ ਬਾਅਦ ਸਾਡੇ ਯੂਥ ਫੈਸਟੀਵਲ ਵੀ ਹੋਣ। ਵਿਦਿਆਰਥੀਆਂ ਦੀ ਹੱਸਣ ਖੇਡਣ ਦੀ ਉਮਰ ਹੈਗੀ ਹੈ, ਵਿਦਿਆਰਥੀ ਆਪਣੇ ਕੈਰੀਅਰ ਬਣਾਉਣ ਦੀ ਉਮਰ ਹੈਗੀ ਹੈ। ਜੇ ਵਿਦਿਆਰਥੀ ਧਰਨੇ 'ਤੇ ਬੈਠੇ ਰਹਿਣਗੇ ਤਾਂ ਫਿਰ ਤੁਸੀਂ ਇਸ ਪੀੜ੍ਹੀ ਤੋਂ, ਇਹ ਅਗਲੀ ਪੀੜ੍ਹੀ ਸਾਡੇ ਲਈ ਕੀ ਕਰਕੇ ਦੇਊਗੀ ਸਮਾਜ ਦੇ ਲਈ? ਇਹ ਜਿਹੜੇ ਸਾਡੇ VC ਹੈ ਜਾਂ ਅਥਾਰਟੀਜ਼ ਹੈਗੀ ਹੈ ਜਾਂ ਸਾਡੀ ਗੌਰਮੈਂਟ ਹੈ, ਇਹ ਨਹੀਂ ਸਮਝਦੀ ਕਿ ਇੱਕ ਪੀੜ੍ਹੀ ਦਾ ਇੱਕ ਪੂਰਾ ਬੈਚ ਜਿਹੜਾ ਹੈਗਾ ਉਹਨੂੰ ਅਸੀਂ ਖਰਾਬ ਕਰ ਰਹੇ ਹਾਂ। ਇਸ ਬੈਚ ਨੇ ਸਾਡੇ ਸਮਾਜ ਲਈ ਬੜੀ ਹੀ ਹਾਨੀਕਾਰਕ ਦੇ ਸਿੱਟੇ ਸਾਰੇ ਨਿਕਲਣੇ ਆ, ਇਹਦੇ ਬਾਰੇ ਸੁਚੇਤ ਹੋਣ ਦੀ ਲੋੜ ਹੈਗੀ ਹੈ। ਬਿਲਕੁਲ ਜੀ। ਸੋ ਇਹ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ VC ਦਫ਼ਤਰ ਦੇ ਬਾਹਰ ਜਿਹੜਾ ਧਰਨਾ ਲੱਗਿਆ ਹੋਇਆ ਹੈ, ਔਰ ਖਾਸ ਤੌਰ 'ਤੇ ਸੈਨੇਟ ਚੋਣਾਂ ਨੂੰ ਲੈ ਕੇ ਔਰ ਯੂਨੀਵਰਸਿਟੀ ਨੂੰ ਖੋਲ੍ਹਿਆ ਜਾਵੇ, ਅਤੇ ਹੋਰ ਬਹੁਤ ਸਾਰੀਆਂ ਹੱਕੀ ਮੰਗਾਂ ਨੂੰ ਲੈ ਕੇ ਅਸੀਂ ਬਿੱਲਾ ਹੋਰਾਂ ਦੇ ਨਾਲ ਗੱਲਬਾਤ ਕੀਤੀ ਤੇ ਡਾਕਟਰ ਲਾਭ ਸਿੰਘ ਖੀਵਾ ਜੀ ਨੇ ਆਪਣੇ ਵਿਚਾਰ ਦਿੱਤੇ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।